ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਤੂੰ ਸੁਲਤਾਨ ਕਹਾਂ ਹੋ ਮੀਆਂ तेरी कबन बढ़ाई। जो तू देह सो कहा स्वामी मैं मूर्ख कहन न जाई। बेशुमार अथाह अगर्थ अतुल ज्यों लावे त्यों नानक दास बोले। अगम अगोचर सच साहिब मेरा नानक बोले बुलाया तेरा। श्री वाहिगुरु साहिब जी। सागर भवन धारे एक थे किए विस्तारे। पूर रहियो श्रभ मह आप सागल भवन धारे। वाहिगुरु जी का खालसा वाहिगुरु जी की फतेह। परम सत्कार ते सम्मानयोग चवर छत्र तख्त दे मालक जुगो जुग अटल सर्व सांझी वालता दे पैगंबर दीन दुनी दे राखे मनुखता दे सांझे रहबर गुरता गद्दी ते सुभाईमान। हल्त पल्त के रखियक धन 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 साहिब श्री गुरु ग्रंथ साहिब जी महाराज। सतगुरां दी महान बख्शिश किरपा दे नाल गुरुद्वारा सिंह शहीदां सुहाना इस पाक पवित्र स्थान के उपर अमृत वेले दे दीवाना की हाजरी भरन का सुभाग समा प्राप्त होया है। आप सर्बत संगतां ने अमृत वेले इलाही गुरबाणी के नितनेम श्रवण किए उपरंत आसा जी की वार के कीर्तन श्रवण किए। सतगुरां ने महान बख्शिश करते हुए नाल ही सानू चल रही श्री गुरु ग्रंथ साहिब महाराज जी की लड़ीवार कथा गुर शब्द विचार नाल ब्रह्म विचार नाल जुड़न का सुभागा समा भी बख्शिश किया है। आओ इस मिले हुए समय नूं गुरु चरणों में बैठ के मनचित बिरतियां नूं एकाग्र करके अपने आप की पहचान करन दी जाच सीखिए। अपने आप नूं पहचानण की कोशिश करिए। सतगुरां तो जीवन सेध लैके अपना भविख उजला करिए, अपना जीवन सार्थक करिए, अपना जीवन सफल करिए। साडी मंजिल सारियां दी परमात्मा है। गुरु गुरमुख गाड़ी राह दिखा के सानू साडी मंजिल तक पहुंचने में बहुत मददगार होता है। क्योंकि संसार के अंदर किसी भी चीज़ की अहमियत जिहड़ी है उसकी पहचान करके घर में सोना होवे जे पहचान लीए कि असलीयत लोग संभाल के रखते हैं। जे पहचान होवे भी नकली है तो घरों बाहर सिट भी देंगे जां उन्नी तरजीह उन्हें लॉकरां विच नहीं रखते जिन्ना सोने नूं रखिया जाता। मैं एक निक्की जी गाथा पढ़ी। कोई बस दे विच सवारियां सफर कर रही सन। एक नौजवान के हाथ
ਪੱਥਰ ਫੜਿਆ ਹੋਇਆ ਤੇ ਉਹਨੂੰ ਕਦੇ ਖੱਬੇ ਹੱਥ 'ਚ ਕਦੇ ਸੱਜੇ ਹੱਥ 'ਚ, ਜਿਵੇਂ ਕੋਈ ਖੇਡਦਾ ਜਾ ਰਿਹਾ ਹੋਵੇ। ਇੱਕ ਬਜ਼ੁਰਗ ਦੀ ਨਿਗਾਹ ਪਈ ਤੇ ਉਹਨੇ ਪੁੱਛਿਆ, ਬੇਟਾ ਤੇਰੇ ਹੱਥ ਵਿੱਚ ਕੀ ਹੈ? ਉਹ ਕਹਿੰਦਾ, ਜੀ ਰਸਤੇ 'ਚੋਂ ਮਿਲਿਆ ਤੇ ਮੈਨੂੰ ਸੋਹਣਾ ਲੱਗਿਆ, ਇੱਕ ਪੱਥਰ ਹੈ, ਹੋਰ ਕੀ ਹੈ? ਤੇ ਉਸ ਬਜ਼ੁਰਗ ਕੋਲ ਜ਼ਿੰਦਗੀ ਦਾ ਤਜਰਬਾ ਸੀ, ਨਜ਼ਰ ਪਾਰਖੂ ਸੀ। ਉਹਨੇ ਕਿਹਾ, ਨਹੀਂ ਇਹ ਆਮ ਪੱਥਰ ਨਹੀਂ, ਇਹ ਕੀਮਤੀ ਹੀਰਾ ਹੈ, ਬੇਸ਼ਕੀਮਤੀ ਹੈ, ਇਹਦੀ ਕੀਮਤ ਬਹੁਤ ਜ਼ਿਆਦਾ। ਜਦੋਂ ਇਹਦੀ ਕੀਮਤ ਤੈਨੂੰ ਮਿਲੇਗੀ, ਤੇਰਾ ਘਰ ਪੈਸਿਆਂ ਨਾਲ ਭਰ ਜਾਏਗਾ। ਜਦੋਂ ਉਸ ਚੀਜ਼ ਦੀ ਪਹਿਚਾਣ ਹੋਈ ਜਿਹਦੇ ਨਾਲ ਉਹ ਖੇਡ ਰਿਹਾ ਸੀ, ਉਹ ਵਿਸਲਾ ਹੋ ਕੇ, ਲਾਪਰਵਾਹ ਹੋ ਕੇ, ਉਸੇ ਵੇਲੇ ਉਹਨੇ ਰੁਮਾਲ ਕੱਢਿਆ, ਰੁਮਾਲ 'ਚ ਬੰਨ੍ਹ ਕੇ ਆਪਣੇ ਪਰਸ 'ਚ ਪਾ ਕੇ ਸੰਭਾਲ ਲਿਆ। ਜਦੋਂ ਪਰਖ ਹੋਈ, ਪਹਿਚਾਣ ਹੋਈ ਵੀ ਮੇਰੇ ਹੱਥ 'ਚ ਹੀਰਾ ਹੈ, ਤੇ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਜਨਮ ਵੀ ਹੀਰਿਆਂ ਵਰਗਾ ਹੀ ਹੈ, ਹੀਰੇ ਜੈਸਾ ਜਨਮ ਹੈ, ਇਹਦੀ ਵੀ ਪਹਿਚਾਣ ਕਰ। ਜਿਹਨੂੰ ਪਹਿਚਾਣ ਨਹੀਂ, ਉਹ ਗਾਫਲਤਾ ਦੀ ਨੀਂਦ 'ਚ ਸੁੱਤੇ ਹੋਏ ਨੇ। ਜਿਹਨੂੰ ਇਸ ਹੀਰੇ ਵਰਗੇ ਮਨੁੱਖਾ ਜਨਮ ਦੀ ਪਹਿਚਾਣ ਨਹੀਂ, ਉਹ ਸ਼ਰਾਬ ਕਬਾਬ ਦੇ ਵਿੱਚ ਜ਼ਿੰਦਗੀ ਬਰਬਾਦ ਕਰ ਰਹੇ ਨੇ। ਜਿਹਨੂੰ ਇਸ ਮਨੁੱਖਾ ਜਾਮੇ ਹੀਰੇ ਦੀ ਪਹਿਚਾਣ ਨਹੀਂ, ਉਹ ਵਿਅਰਥ ਕੰਮਾਂ ਦੇ ਵਿੱਚ ਸਮਾਂ ਬਰਬਾਦ ਕਰਕੇ ਆਪਣਾ ਅਜਾਈ ਸਮਾਂ ਜਿਹੜਾ ਉਹ ਗਵਾ ਰਹੇ ਨੇ, ਕੀਮਤੀ ਸਮਾਂ ਗਵਾ ਰਹੇ। ਤੇ ਜਿਨ੍ਹਾਂ ਨੂੰ ਪਰਖ ਹੋ ਜਾਏ ਇਸ ਹੀਰੇ ਜਨਮ ਦੀ, ਉਹ ਫਿਰ ਇੱਕ ਇੱਕ ਪਲ, ਇੱਕ ਇੱਕ ਸਵਾਸ ਦੀ ਕੀਮਤ ਨੂੰ ਸਮਝਦੇ ਹੋਏ ਉਹਨੂੰ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਲਾਉਂਦੇ ਨੇ। ਚਾਹੇ ਉਹ ਬਾਣੀ ਪੜ੍ਹ ਕੇ ਲਾਉਣ, ਚਾਹੇ ਸਿਮਰਨ ਕਰਕੇ ਲਾਉਣ, ਚਾਹੇ ਮੂਲ ਮੰਤਰ ਦਾ ਅਭਿਆਸ ਕਰਕੇ ਪਰਮਾਤਮਾ ਨੂੰ ਸਮਰਪਣ ਕਰਨ, ਚਾਹੇ ਸੇਵਾ ਕਰਕੇ ਗੁਰੂ ਘਰ ਦੇ ਵਿੱਚ ਉਹ ਆਪਣਾ ਕੀਮਤੀ ਸਮਾਂ ਜਿਹੜਾ ਉਹਨੂੰ ਸਫਲ ਕਰਨ, ਚਾਹੇ ਉਹ ਸਮਾਜ ਦੇਸ਼ ਦੇ ਅੰਦਰ ਜਿਸ ਵੀ ਇਲਾਕੇ 'ਚ ਰਹਿ ਰਹੇ ਆ, ਉੱਥੇ ਕਿਸੇ ਲੋੜਵੰਦਾਂ ਦੀ ਮਦਦ ਕਰਕੇ, ਕਿਸੇ ਨੀਡਫੁਲ ਦੀ ਮਦਦ ਕਰਕੇ, ਕਿਸੇ ਵੀ ਤਰ੍ਹਾਂ ਦਾ ਜੈਸਾ ਵਿੱਤ ਤੈਸਾ ਹੋਈ ਵਰਤ ਹੈ, ਆਪਣਾ ਬਲ ਨਹੀਂ ਹਾਰੇ, ਆਪਣੀ ਵਿੱਤ ਮੁਤਾਬਕ, ਆਪਣੀ ਪਹੁੰਚ ਮੁਤਾਬਕ ਉਹਨਾਂ ਦੀ ਤਨ ਮਨ ਧਨ ਜਿਵੇਂ ਕਿਵੇਂ ਵੀ ਮਦਦ ਕਰ ਸਕਦਾ ਹੈ। ਕਿਉਂਕਿ ਗੁਰੂ ਸਾਹਿਬ ਨੇ ਕਿਹਾ, ਗਰੀਬ ਦਾ ਮੂੰਹ ਗੁਰੂ ਦੀ ਗੋਲ। ਕਿਸੇ ਲੋੜਵੰਦ ਨੂੰ ਉਹਦੀ ਲੋੜ ਪੂਰੀ ਕਰਨੀ, ਕਿਸੇ ਭੁੱਖੇ ਨੂੰ ਪ੍ਰਸ਼ਾਦ ਛਕਾ ਦੇਣਾ, ਕਿਸੇ ਨਗਰ ਨੂੰ ਵਸਤਰ ਉਡਾ ਦੇਣੇ, ਕਿਸੇ ਰੋਂਦੇ ਨੂੰ ਹਸਾ ਦੇਣਾ, ਕਿਸੇ ਭੁੱਖੇ ਨੂੰ ਰਜਾ ਦੇਣਾ, ਕਿਸੇ ਵਿਛੜੇ ਨੂੰ ਮਿਲਾ ਦੇਣਾ, ਇਹ ਵੀ ਸੇਵਾ। ਤਾਂ ਹੀ ਕਿਸੇ ਵਿਦਵਾਨ ਨੇ ਲਿਖਿਆ, ਕੋਈ ਭੁੱਖਾ ਰਜਾਇਆ ਹੀ 10 ਖਾ, ਕੋਈ ਰੋਂਦਾ ਹਸਾਇਆ ਹੀ 10 ਖਾ, ਕੋਈ ਵਿਛੜਿਆ ਮਿਲਾਇਆ ਹੀ 10 ਖਾ। ਪਾਟਾ ਜ਼ਖਮ ਜੇ ਕਦੇ ਨਹੀਂ ਸੀਤਾ, ਫਿਰ ਤੇਰੀ ਮਾਲਾ ਫੇਰੀ ਤੂੰ ਕੱਖ ਵੀ ਨਹੀਂ ਕੀਤੀ। ਜੇ ਤੂੰ ਕਿਸੇ ਦੇ ਕੰਮ ਹੀ ਨਹੀਂ ਆ ਸਕਿਆ, ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ ਤਾਂ ਚਲੋ ਹਰ ਕੋਈ ਆਪਣਾ ਕਰਦਾ ਹੈ, ਉਹ ਇੱਕ ਫਰਜ਼ ਵੀ ਬਣਦਾ, ਇੱਕ ਧਰਮ ਵੀ ਹੈ, ਉਹ ਮੋਹ ਵਸ ਹੋ ਕੇ ਵੀ ਕਰਦਾ ਹੈ। ਲੇਕਿਨ ਜਦੋਂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਤੁਸੀਂ ਕਿਸੇ ਲਈ ਕੁਝ ਕਰਦੇ ਹੋ, ਉਹ ਮੋਹ ਨਹੀਂ, ਉਹ ਪ੍ਰੇਮ ਹੋ ਜਾਂਦਾ ਹੈ। ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਕਿਸੇ ਦਾ ਭਲਾ ਕਰਦੇ ਹੋ, ਉਹ ਉਪਕਾਰ ਨਹੀਂ ਬਲਕਿ ਪਰ ਉਪਕਾਰ ਹੋ ਜਾਂਦਾ। ਪਰਾਏ ਤੇ ਉਪਕਾਰ ਕਰਨਾ, ਕਿਸੇ ਦਾ ਭਲਾ ਕਰਨਾ ਪਰਾਏ, ਜਿਹਨੂੰ ਤੁਸੀਂ ਜਾਣਦੇ ਨਹੀਂ। ਜਿਨ੍ਹਾਂ ਨੂੰ ਸਮਝ ਆਏ ਕਿ ਮੇਰਾ ਹੀਰਿਆਂ ਵਰਗਾ ਮਨੁੱਖਾ ਜਾਮਾ ਹੈ, ਬੜੇ ਸਮੇਂ ਬਾਅਦ ਮਿਲਿਆ ਔਰ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ, ਮੈਂ ਇਹਨੂੰ ਸਫਲ ਕਰਨਾ ਹੈ। ਜਿਹੜਾ ਮਿਲਿਆ ਤੇ ਇਹਦੇ ਜਾਣ ਦਾ ਕੋਈ ਪਤਾ ਨਹੀਂ, ਅੱਜ ਕੱਲ ਪਰਸੋਂ ਜਦੋਂ ਮਰਜ਼ੀ ਸੱਦ ਆ ਜਾਏ। ਮੈਂ ਵੱਧ ਤੋਂ ਵੱਧ ਪੁੰਨ ਇਕੱਠੇ ਕਰਨੇ ਨੇ, ਮੈਂ ਵੱਧ ਤੋਂ ਵੱਧ ਪਰਮਾਤਮਾ ਦਾ ਸਿਮਰਨ, ਇਬਾਦਤ, ਬੰਦਗੀ ਕਰਕੇ, ਚੰਗੇ ਨੇਕ ਕੰਮ ਕਰਕੇ, ਪਰ ਉਪਕਾਰ ਦੇ ਕੰਮ ਕਰਕੇ ਆਪਣਾ ਪੁੰਨ ਵਾਲਾ ਜਿਹੜਾ ਪਲੜਾ ਉਹਨੂੰ ਭਾਰਾ ਕਰਨਾ। ਜਿਨ੍ਹਾਂ ਨੂੰ ਸਮਝ ਆ ਜਾਏ ਉਹ ਫਿਰ ਇੱਕ ਵੀ ਸਮਾਂ ਆਪਣਾ ਵਿਅਰਥ ਨਹੀਂ ਗਵਾਉਂਦੇ, ਇੱਕ ਵੀ ਪਲ, ਇੱਕ ਮਿੰਟ, ਸਕਿੰਟ ਦੀ ਵੀ ਉਹਨਾਂ ਨੂੰ ਕੀਮਤ ਦਾ ਪਤਾ ਹੁੰਦਾ ਹੈ। ਤੇ ਜਿਨ੍ਹਾਂ ਨੂੰ ਇਸ ਹੀਰੇ ਵਰਗੇ ਮਨੁੱਖਾ ਜਾਮੇ ਦੀ ਕੀਮਤ ਨਹੀਂ, ਉਹਨਾਂ ਦਾ ਸੌਣਾ ਵੀ ਠੀਕ ਨਹੀਂ, ਉੱਠਣਾ ਵੀ ਠੀਕ ਨਹੀਂ, ਰਹਿਣਾ ਵੀ ਠੀਕ ਨਹੀਂ, ਸਹਿਣਾ ਵੀ ਠੀਕ ਨਹੀਂ,
ਉਹਨਾਂ ਦੇ ਖਾਣੇ ਵੀ ਗੰਦੇ, ਬਾਣੇ ਵੀ ਗੰਦੇ, ਟਿਕਾਣੇ ਵੀ ਗੰਦੇ, ਸਭ ਕੁਝ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਨਾਲ ਜੁੜ ਗਏ ਜਿੱਥੇ ਉਹਨਾਂ ਦਾ ਇਹ ਕੀਮਤੀ ਹੀਰਿਆਂ ਵਰਗਾ ਜਨਮ ਪਲ ਪਲ ਕਰਕੇ, ਮਿੰਟਾਂ ਸਕਿੰਟਾਂ ਕਰਕੇ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਰਹੇ, ਕੌਡੀਆਂ ਦੇ ਭਾਅ ਵਿਕਦਾ ਜਾ ਰਿਹਾ। तो बादशाह कहते इस आपे की पहचान दुनियादार लोग कोई राजनीतिक तौर पर, समाजिक तौर पर बड़े अहदे लैके अहदियां नाल अपनी पहचान बनाने की कोशिश करते हैं। कोई पूछे भी तुसी कौन हो, तुहाडा नाम की, वो अपने नाम के नाल फिर मगर सब कुछ जोड़ के दसदा भी मेरा फलाना नाम, फलाना गोद, फलाना अहदा, अपनी पहचान बनानी चाहता है। सतगुरु पातशाह कहते दुनिया जाने ना जाने, दुनिया च पहचान ना बने ना बने कोई गल नहीं, पर दुनिया च पहचान बाद विच बनाई, पहला तू अपने आप को पहचान तू है कौन। तेनू ये तो पता होवे ना कि मैं कौन हाँ, मेरा अपना कौन है, ते मेरा घर किहड़ा है। जिन्हों घर असीं अपना समझदे हो अपना नहीं, क्योंकि जदों समा आना इस दुनिया तो रुखसत होने का उस घर ने रखना ही नहीं। घट फुट है, कोई बात ना पूछे, काटो काटो वही। जदों घड़ा फुट गया फिर तो कोई दूरों आवे, नेड़ों आवे, लेट आवे, पहला आवे, सब ने कोई गल कहनी है, जिहड़ा कुछ होना सी हो गया, हुण लेट ना करो, संस्कार टाइम नाल कर दो। किसी ने नहीं कहना 2-4 महीने रख लो, इन्हें बड़ी मेहनत नाल घर बनाया। किसी ने नहीं कहना भी थोड़ा समा होर इंतजार कर लिए, फिर जेड़ा भी आएगा उन्हें काल मचानी है भी छेती आपां हुण जेड़ा हो गया ते नवेड़िए काम। मुर्दे बड़े मकानों में जला दिए शमशानों में, जन्म भी घर विच, मौत भी घर विच। पातशाह कहते घर असल विच वो हुंदा है जिथे जिहनूं छड्डण दी चिंता ना होवे, जिस घर विच सदीक टिकाणा बनना होवे, जिस घर विच किसी दी लोक चुग ना होवे, वो असल विच घर हुंदा है। जेड़े घर दा पता ही नहीं असीं कदों छड्ड के चले जाना, वो अपना किवें होया, तो मुसाफिर खाना। जिवें एक मौलाना रूमी ने घटना लिखी, यूनान दे इलाके विच बड़े प्रसिद्ध सूफी फकीर हुए ने, वो प्रचार प्रसार दौरान किते रात पई, अगे कई कई गोह ते पिंड हुंदे सन, ते पिंडां दे आले दुआले बाहर शहर कोई कस्बा होना, ते कोई छोटी मोटी धर्मशाला बनी होनी। राहगीरां ने कोई पीर फकीर कोई होवे उथों रात कट के ते अगले दिन चले जाते। ते इस मौलाना रूमी ने एक दरवाजा खटकाया, दरवाजा बहुत बड़ा लग्या सी, ते दरबार जी ने दरबार का जिहड़ा दरवाजा खुलिया घर का, उन्हें पूछा हाँ जी दसो कौन हो, कित्थों आए हो। मौलाना रूमी जी कहते यही तो मैं हजे लभ रहा भी मैं कौन हाँ, मैनूं पता ही नहीं मैं कौन। कित्थों आए हो, ये भी कोई पता नहीं मैं कित्थों आया। जाना कित्थे है, कहते ये भी नहीं पता कित्थे जाना है। ना मैनूं आउण दा पता ना जाण दा पता। कहते इस घर विच आउण दा मकसद दसो की है। मौलाना रूमी जी कहते मैं तां तुहाडे मुसाफिर खाने च रात कटनी। दरबार जी नूं बड़ा गुस्सा आया भी ये इत्थों दे राजे दा महल है, इस इलाके दा जिहड़ा राजा ओहदा घर है। फकीर जी ये मुसाफिर खाना नहीं, राजे ने शहर में मुसाफिर खाने बनाया, तुसीं फलानी जगह चले जाओ, उत्थे तुसीं रात कट सकते। तो मौलाना रूमी जी कहते नहीं नहीं मैं ऐसे मुसाफिर खाने च रात कटनी है, मैनूं चंगा लगे। दरबार जी ने हुण बेचारा जिन्ना क अकल बुद्धि का पैमाना उन्नी की गल करता है, पर संतां महापुरुषों की गल विच गल होंदी है, रमज होंदी है। संतन की केले के हर पात में पात, पात में पात, संतन की हर बात में बात, बात में बात। उन्हां दी हर एक गल विच कोई ना कोई रमज है, ते ओ रमज किसे किसे नूं समझ आउंदी है जिहदे अंदर थोड़ा जिहा कोई जागिया होवे अंदर।
ਉਹ ਰਮਜ਼ ਸਮਝਦਾ ਨਹੀਂ। ਫਿਰ ਬਾਅਦ ਵਿੱਚ ਗੱਲਾਂ ਹੀ ਰਹਿ ਜਾਂਦੀਆਂ ਜੀ, ਉਹ ਹਾਂ ਇੱਦਾਂ ਕਿਹਾ ਸੀ, ਐਵੇਂ ਕਹਿੰਦੇ ਹੁੰਦੇ ਸੀ, ਆਹ ਗੱਲ ਉਹਨਾਂ ਨੇ ਇੱਥੇ ਕਹੀ ਸੀ, ਪਰ ਉਹ ਬਾਅਦ ਵਿੱਚ ਜਾ ਕੇ ਪਤਾ ਲੱਗਾ। ਲਾਲਾ ਰੂਮੀ ਜੀ ਕਹਿੰਦੇ ਵੀ ਇਹ ਮੁਸਾਫਿਰਖਾਨਾ ਮੇਰੀ ਰਾਤ ਕਟਾਓ, ਤੁਸੀਂ ਐਵੇਂ ਨਾ ਕਰੋ। ਬੜਾ ਤਕਰਾਰ ਹੋਇਆ, ਬਹਿਸਬਾਜ਼ੀ ਹੋਈ, ਆਵਾਜ਼ ਉੱਚੀ, ਜਦੋਂ ਬਹਿਸ ਹੁੰਦੀ ਹੈ ਆਵਾਜ਼ ਵੀ ਉੱਚੀ ਹੋ ਜਾਂਦੀ ਹੈ। ਕੁਦਰਤੀ ਆਵਾਜ਼ ਉਹ ਰਾਜੇ ਦੇ ਕੰਨਾਂ 'ਚ ਪਈ। ਰਾਜੇ ਨੇ ਉੱਪਰੋਂ ਖਿੜਕੀ ਖੋਲ ਕੇ ਪੁੱਛਿਆ ਵੀ ਇਸ ਵੇਲੇ ਕੌਣ ਹੈ, ਇੰਨਾ ਸ਼ੋਰ ਕਿਉਂ, ਇੰਨਾ ਟਕਰਾਅ ਕਿਉਂ, ਇੰਨੀ ਬਹਿਸ ਕਿਉਂ? ਤੇ ਦਰਬਾਨ ਜੀ ਨੇ ਕਿਹਾ ਬਾਦਸ਼ਾਹ ਸਲਾਮਤ, ਇੱਕ ਫਕੀਰ ਹੈ, ਇਹ ਕਹਿੰਦਾ ਮੈਂ ਇਸ ਮੁਸਾਫਿਰਖਾਨੇ 'ਚ ਰਾਤ ਕੱਟਣੀ ਆ। ਮੈਂ ਕਦੋਂ ਦਾ ਸਮਝਾ ਰਿਹਾ ਵੀ ਇਹ ਮੁਸਾਫਿਰਖਾਨਾ ਨਹੀਂ, ਇਸ ਰਾਜੇ ਦਾ ਮਹਿਲ ਹੈ। ਮੈਨੂੰ ਮੁਸਾਫਿਰਖਾਨੇ ਵੀ ਦੱਸੇ ਤੇ ਰਾਜੇ ਦਾ ਹੁਣ ਦਿਮਾਗ ਬਹੁਤ ਹੁੰਦਾ ਤੇ ਉਹਨੂੰ ਲੱਗਿਆ ਵੀ ਗੱਲ 'ਚ ਕੋਈ ਰਮਜ਼ ਉਹ ਥੱਲੇ ਆ ਗਿਆ। ਉਹਨੇ ਕਿਹਾ ਫਕੀਰ ਜੀ, ਜਦੋਂ ਤੁਹਾਨੂੰ ਇਸ ਦਰਬਾਨ ਜੀ ਨੇ ਕਹਿ ਦਿੱਤਾ ਵੀ ਇਹ ਮੇਰਾ ਘਰ ਹੈ, ਮੇਰਾ ਮਹਿਲ ਹੈ, ਮੁਸਾਫਿਰਖਾਨਾ ਨਹੀਂ, ਤੇ ਤੁਸੀਂ ਵਾਰ-ਵਾਰ ਮੁਸਾਫਿਰਖਾਨਾ ਕਿਉਂ ਕਹਿ ਰਹੇ ਹੋ? ਲਾਲਾ ਰੂਮੀ ਜੀ ਕਹਿੰਦੇ ਰਾਜਨ ਕੋਲ ਬੈਠ ਮੇਰੇ, ਮੈਂ ਤੈਨੂੰ ਸਮਝਾਉਣਾ ਮੁਸਾਫਿਰਖਾਨਾ ਕਿਵੇਂ। ਮੈਂ ਬਹੁਤ ਸਾਲ ਪਹਿਲਾਂ ਇਸ ਘਰ ਵਿੱਚ ਆਇਆ ਸੀ, ਉਦੋਂ ਇਸ ਘਰ ਦਾ ਮਾਲਕ ਤੂੰ ਨਹੀਂ ਕੋਈ ਹੋਰ ਸੀ। ਕਹਿੰਦੇ ਜੀ ਮੇਰੇ ਦਾਦਾ ਜੀ ਸਨ। ਕਹਿੰਦੇ ਫਿਰ ਕਈ ਸਾਲ ਲੰਘੇ, ਮੈਂ ਫਿਰ ਆਇਆ। ਪਹਿਲਾਂ ਪੀਰਾਂ ਫਕੀਰਾਂ ਦੀਆਂ ਉਮਰਾਂ ਬੜੀਆਂ ਲੰਬੇਰੀਆਂ ਹੁੰਦੀਆਂ ਸੀ। ਕਹਿੰਦੇ ਉਦੋਂ ਇਸ ਘਰ ਦਾ ਮਾਲਕ ਨਾ ਤੂੰ ਸੀ, ਨਾ ਤੇਰਾ ਦਾਦਾ, ਕੋਈ ਹੋਰ ਬੈਠਾ ਸੀ। ਕਹਿੰਦਾ ਜੀ ਮੇਰੇ ਪਿਤਾ ਜੀ ਸੀ। ਕਹਿੰਦੇ ਅੱਜ ਫਿਰ ਰੱਬ ਦਾ ਸਬਬ ਬਣਿਆ, ਕਈ ਦਹਾਕਿਆਂ ਬਾਅਦ ਮੈਂ ਆਇਆ, ਨਾ ਤੇਰਾ ਦਾਦਾ ਤੇ ਨਾ ਤੇਰਾ ਬਾਪ, ਅੱਜ ਤੂੰ ਇਸ ਘਰ ਦਾ ਮਾਲਕ ਹੈ। ਤੇ ਮੈਨੂੰ ਦੱਸ ਵੀ ਇੱਥੇ ਸਦੀਵ ਤੂੰ ਹੀ ਰਹੇਗਾ ਜਾਂ ਤੇਰੇ ਤੋਂ ਬਾਅਦ ਕੋਈ ਹੋਰ ਹੋਏਗਾ? ਕਹਿੰਦਾ ਜੀ ਮੇਰੇ ਤੋਂ ਬਾਅਦ ਮੇਰਾ ਪੁੱਤਰ ਹੋਏਗਾ, ਉਸ ਤੋਂ ਬਾਅਦ ਉਹਦਾ ਪੁੱਤਰ ਹੋਏਗਾ। ਤੇ ਲਾਲਾ ਰੂਮੀ ਜੀ ਕਹਿੰਦੇ ਰਾਜਨ, ਜਦੋਂ ਕੋਈ ਇੱਕ ਘਰ ਵਿੱਚ ਡਿੱਗ ਕੇ ਸਦੀਵ ਰਹਿ ਹੀ ਨਹੀਂ ਸਕਿਆ, ਇੱਕ ਘਰ ਵਿੱਚ ਕੋਈ ਸਦੀਵ ਸਾਰੀ ਜ਼ਿੰਦਗੀ ਰਹਿੰਦੀ ਦੁਨੀਆ ਤਾਂ ਕੋਈ ਰਹਿਣ ਬਸੇਰਾ ਕਰ ਹੀ ਨਹੀਂ ਸਕਿਆ, ਕੋਈ ਆ ਰਿਹਾ ਕੋਈ ਜਾ ਰਿਹਾ, ਫਿਰ ਆਉਣ ਜਾਣ ਤਾਂ ਮੁਸਾਫਿਰਖਾਨਿਆਂ ਵਿੱਚ ਹੁੰਦਾ ਹੈ, ਫਿਰ ਇਹ ਮੁਸਾਫਿਰਖਾਨਾ ਨਹੀਂ ਤਾਂ ਹੋਰ ਕੀ? ਇਹ ਤੇਰਾ ਘਰ ਇੱਕ ਸਰਾਂ ਨਹੀਂ ਤਾਂ ਹੋਰ ਕੀ ਹੈ? ਤੇ ਉਸ ਰਾਜੇ ਨੂੰ ਸਮਝ ਆਈ ਵੀ ਗੱਲ ਤਾਂ ਫਕੀਰ ਠੀਕ ਕਰ ਰਿਹਾ, ਪਰ ਦੁਨੀਆਦਾਰ ਲੋਕ ਨੇ, ਮੋਹ ਦੀਆਂ ਤੰਦਾਂ ਬੜੀਆਂ ਪਿੰਡੀਆਂ ਹੁੰਦੀਆਂ ਨੇ, ਉਹ ਬੜੀਆਂ ਗਹਿਰੀਆਂ ਤੰਦਾਂ ਜਿਹੜੀਆਂ ਉਹ ਗੰਢਾਂ ਪਈਆਂ ਹੁੰਦੀਆਂ, ਹੱਥਾਂ ਨਾਲ ਖੋਲਣੀਆਂ ਮੁਸ਼ਕਲ ਨੇ। ਤੇ ਅਕਲ ਦਾ ਜਿਹੜਾ ਉਹ ਪੜਦਾ ਇਨਸਾਨ ਆਪਣਾ ਪਾਸੇ ਕਰੇ ਤਾਂ ਗੁਰੂ ਆਪਣੀ ਮੱਤ ਟਿਕਾਵੇ। ਇਹ ਗੱਲ ਤਾਂ ਔਖੀ ਹੈ, ਪਰ ਜਿਹਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਸੰਸਾਰ, ਇਹ ਜਗਤ ਇੱਕ ਸਰਾਂ ਹੈ, ਇੱਕ ਮੁਸਾਫਿਰਖਾਨਾ ਹੈ, ਕੋਈ ਆ ਰਿਹਾ ਕੋਈ ਜਾ ਰਿਹਾ ਹੈ, ਕਿਸੇ ਦਾ ਜਨਮ ਹੋ ਰਿਹਾ, ਕਿਸੇ ਦੀ ਮੌਤ ਹੋ ਰਿਹਾ, ਫਿਰ ਇੰਨੀਆਂ ਤੰਦਾਂ ਕਿਉਂ ਤਣ ਰਿਹਾ, ਇੰਨੇ ਤਾਣੇ ਬਾਣੇ ਕਿਉਂ ਉੜ ਰਿਹਾ? ਇਨਸਾਨ ਆਪਣੇ ਆਪ ਦੀ ਪਹਿਚਾਣ ਕਰ, ਤੂੰ ਹੈ ਕੌਣ? ਤੇ ਮਹਾਰਾਜ ਸਾਹਿਬ ਕਹਿੰਦੇ ਤੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨਾ ਤੂੰ ਪਰਮਾਤਮਾ ਦੀ ਜੋਤ ਹੈ, ਸਤ ਚਿਤ ਆਨੰਦ ਸਰੂਪ ਵਾਹਿਗੁਰੂ ਪਰਮਾਤਮਾ ਜੋਤ ਕਰਕੇ ਤੇਰੇ ਅੰਦਰ ਹੈ, ਤੇਰੇ ਅੰਦਰ ਵਸਿਆ, ਤੇਰੇ ਅੰਦਰ ਟਿਕਿਆ, ਤੈਨੂੰ ਉਹੀ ਚਲਾ ਰਿਹਾ ਹੈ। ਉਹਨੇ ਆਪਣੀ ਜੋਤ ਟਿਕਾਈ ਤਾਂ ਤੂੰ ਜਿਉਂਦਾ ਹੋਇਆ, ਤੇਰੇ ਚ ਸਵਾਸ ਪਏ। ਤੇ ਨਹੀਂ ਇਹ ਸਰੀਰ ਮਿੱਟੀ ਦਾ ਢੇਰ ਸੀ, ਕੁਝ ਵੀ ਨਹੀਂ ਸੀ। ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ, ਆਪਣੇ ਆਦ ਨੂੰ, ਆਪਣੇ ਮੁੱਢ ਨੂੰ, ਕਿੱਥੋਂ ਤੇਰੀ ਆਰੰਭਤਾ ਹੋਈ, ਉਸ ਗੱਲ ਨੂੰ ਸਮਝ। ਫਿਰ ਜਦੋਂ ਉਸ ਪਾਸੇ ਉਸ ਧੁਰੇ ਨੂੰ ਵੇਖੇਗਾ ਨਾ, ਫਿਰ ਉਸ ਧੁਰੇ ਤੇ ਤਾਂ ਪਰਮਾਤਮਾ ਹੀ ਨਜ਼ਰ ਆਏਗਾ, ਫਿਰ ਆਕਾਰ ਪੁਰਖ ਵਾਹਿਗੁਰੂ ਹੀ ਨਜ਼ਰ ਆਏਗਾ। ਦੁਨੀਆਦਾਰਾਂ ਦੀ ਤਰ੍ਹਾਂ ਪਹਿਚਾਣ ਬਣਾਉਣੀ ਛੱਡ ਕਿ ਮੇਰੀ ਪਹਿਚਾਣ ਇਸ ਤਰੀਕੇ ਨਾਲ ਬਣੇ, ਇਸ ਅਹੁਦੇ ਕਰਕੇ ਬਣੇ। ਪਾਤਸ਼ਾਹ ਕਹਿੰਦੇ ਇਹ ਸਭ ਨਾਸ਼ਵੰਤ ਚੀਜ਼ਾਂ ਨੇ। ਜਿਹੜਾ ਅੱਜ ਮੌਜੂਦਾ ਹੈ ਉਹਨੇ ਕੱਲ ਸਾਬਕਾ ਹੋ ਜਾਣਾ, ਚਾਹੇ ਕਿੰਨਾ ਹੀ ਵੱਡਾ ਹੋਵੇ। ਜੇ ਸਾਬਕਾ ਨਹੀਂ ਹੋਏਗਾ ਤਾਂ ਐਕਸਪਾਇਰ ਹੋ ਜਾਏਗਾ, ਖਤਮ ਤਾਂ ਹੋਏਗਾ ਨਾ, ਕਿੰਨਾ ਕੁ ਸਮਾਂ ਬੈਠਾ ਰਹੇਗਾ। ਤੇ ਇਸ ਲਈ ਇਹ ਵਰਤਾਰਾ ਵਰਤਣ ਤੋਂ ਪਹਿਲਾਂ ਆਪਣੇ ਆਪ ਦੀ ਪਹਿਚਾਣ ਕਰ, ਆਪਣੇ ਆਪ ਨੂੰ ਸਮਝ,
कि ये शरीर किने दिता, कादे वास्ते दिता, मैं कौन हाँ ते मेरा कौन है, मेरा घर किहड़ा। जेड़े घरां च रह रहे हैं ये वक्ती ने, जेड़े रिश्तियां नूं तुसीं मेरा कह रहे हो ये भी वक्ती ने। बादशाह कहते अंत वेले इन्हां रिश्तियां जो कोई नहीं निभदा। महाराज साहब दे बड़े उन्होंने सारे रिश्तियां का जिक्र किया। सब तो पहला अपना रिश्ता माँ बाप नाल जुड़िया। कोई जिंदगी में दुख सुख आया बंदे ने मां नूं याद किया, मेरी मां, हाय अम्मा, इहो जे शब्द मुख चों निकले। किसी ने बाहर बच्चे नूं झिड़किया, कुछ किया, भज के मां कोल गया, अपने पिता कोल गया। जिंदगी च कुछ चाहिए सी, अपनी मां नूं किया, अपने पिता नूं किया, क्योंकि सब तो वड्डे वही लगे कि मेरे ने। एडी मेर दे विच पकड़ करके उन्हां नाल इन्ना मैं मेरी दा रिश्ता जुड़िया। पर वो समा वक्त आया, बाबा फरीद साहब कहते फरीदा कित्थे तैने बापिया, जिन्नी तू जड़े होए तै पासों वो लद गए, तू अजे ना पतीने होए। जेड़ा रिश्ता सब तो पहला मां बाप नाल जुड़िया अज तू तक है पर वो नहीं। मेरा कौन है ते जो मेरे नाल रहे नहीं, मेरे कोल रहे नहीं, फिर मेरे किवें होए। फिर इनू लग्या भी चल औलाद मेरी चंगी है, धियां पुत्र चंगे ने, औलाद तो मेरी है ना, इन्होंने थोड़ा जाना किते। फिर बादशाह ने बांह फड़ के क्या 1 लाख पूत 1.25 लाख नाती तेह रावण घर दिया ना बाती। मैं गुरमुख विद्वानों के अर्थ सुने भी 1 लाख किसी का बच्चा हो, 1.25 लाख पोते पोतियां होने, ये संभव लगती है गल। साइंस इन्हां गल्लां नूं शायद ना मन्ने। जिवें रावण के 10 सिरां की गल आउंदी है ते गुरमुख विद्वान इहदे अर्थ इह करदे आ भी 6 शास्त्र ते 4 वेद, 6 ते 4 10 बनते हैं। वो इन्ना महान ग्रंथों का पाठी सी, वेद पाठी सी और जुबानी याद से उन्होंने 6 शास्त्र ते 4 वेद, इस करके उन्होंने 10 सिर में 10 सिरा जिन्ना ज्ञान एक सिर में कहते 10 सिर सन। 1 लाख पूत 1.25 लाख नाती के अर्थ भी यही समझ आ रहे हैं भी एक एक बच्चा ओदा लख लख बच्चे का मुकाबला करने वाला, इन्नी काबलियत रखने वाला, इन्नी हैसियत रखने वाला। जिवें धन गुरु गोबिंद सिंह साहब सच्चे पातशाह जो मुक्तसर साहब का जंग होया ना, टिब्बी साहब तो सतगुरु जो जंग की समाप्ति हुई थले उतर के आए, फिर कदमां नाप रहे हैं। जेड़े सिख तक आउंदे आ 5 कदमां पईयां उन्होंने 5000 का खिताब दिता भी ये मेरा सिख 5000 नाल लड़न की ताकत रखता है। जिथे 10 कदमां पईयां 10,000 का खिताब दिता, 20 कदमां पईयां 20,000 का खिताब, 50 कदमां ते जेड़े सिख कोल चल के गए उन्होंने 50,000 का खिताब। इहो जिहे खिताब सतगुरु पातशाह ने उत्थे बख्शे भी मेरा एक एक सिख 50,000 नाल लड़न की समर्था। आ सिख जिहड़ा पिया वैसे तो 1.25 लाख नाल लड़न की गल भी हुई कि एक खालसे दे विच एक सिख दे विच एडी रहमत सतगुरु ने वरता दी। 1.25 लाख से एक लड़ाऊं धन गुरु गोबिंद सिंह साहब पातशाह। ऐसा पंथ, ऐसी कौम साजांगा, ऐसा पंथ, ऐसा दुल्हा खालसा पंथ साजांगा जेड़ा एक एक सिख मेरा 1.25 लाख नाल लड़न की ताकत रखेगा। 1 लाख पूत 1.25 लाख नाती। पातशाह कहते जिन्हां दे इन्ने वड्डे परिवार ते रावण कर दिया ना बातियां जो उन्हां घरां च कोई दीवा बत्ती करने वाला नहीं। इंसान ने कहा चलो ये रिश्ता भी नहीं रहा, तां मेरे मित्र दोस्त बहुत ने, मित्र दोस्तां दा रिश्ता वो मेरे नाल मेरे ने वो मेरे नाल निभणगे। ते सतगुरु सच्चे पातशाह कहते ये मित्रता दा मनमुखा केरी दोस्ती माया का संबंध, ये माया का संबंध कोई स्वार्थ कर गया। जिस दिन तेरा स्वार्थ पूरा ना होया उसे दिन उन्होंने परछावे तरह तेन छड्ड जाना, उसे दिन तेन वो छड्ड के अपने राह पै जाएंगे। ते महाराज साहब कहते ये भी रिश्ते झूठे ने। फिर उन्हें कहा, 'कि, 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 'कि,
ਇਹ ਤਾਂ ਇੱਕ ਦੂਸਰੇ ਦੇ ਨੇ ਨਾ। ਇੱਥੇ ਤਾਂ ਮੇਰ ਹੋ ਹੀ ਸਕਦੀ ਹੈ। ਪਾਤਸ਼ਾਹ ਕਹਿੰਦੇ ਨਹੀਂ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਅਜੀ ਏਕ ਆਇਆ ਪ੍ਰੇਤ ਪ੍ਰੇਤ ਕਰ ਭਾਗੇ। ਉਹ ਵੀ ਛੱਡ ਇਹ ਵੀ ਰਿਸ਼ਤਾ ਮੈਂ ਕੌਣ ਤੇ ਮੇਰਾ ਕੌਣ। ਫਿਰ ਇਹਨੇ ਕਿਹਾ ਜੀ ਮੇਰਾ ਸਰੀਰ ਬੜਾ ਚੰਗਾ, ਮੇਰੇ ਕੋਲ ਪੈਸਾ ਬਹੁਤ ਹੈ, ਪੈਸਾ ਮੇਰਾ ਹੈ। ਬਾਦਸ਼ਾਹ ਕਹਿੰਦੇ ਨਹੀਂ, ਸੰਗ ਨਾ ਚਾਲਸ ਤੇਰਾ ਤਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਪੈਸਾ ਵੀ ਤੇਰਾ ਨਹੀਂ। ਫਿਰ ਇਨਸਾਨ ਕਹਿੰਦਾ ਜੀ ਇਹ ਸਰੀਰ ਤਾਂ ਮੇਰਾ ਨਾ, ਮੈਂ ਜਨਮ ਵੇਲੇ ਮੈਨੂੰ ਮਿਲਿਆ, ਇਹਦੇ ਤੇ ਤਾਂ ਮੇਰੀ ਮਿਹਰ ਹੈ ਨਾ। ਤੀਸਾ ਦਾ ਸੁੰਦਰ ਕਹਾਵਤ ਹੈ, ਜਦੋਂ 30 ਸਾਲ ਦੀ ਜਵਾਨੀ ਦਾ ਪੂਰਾ ਨਸ਼ਾ ਹੁੰਦਾ ਉਦੋਂ ਬੰਦਾ ਆਪਣੇ ਆਪ ਨੂੰ ਦੇਖ ਕੇ ਤੁਰੀ ਜਾਂਦਾ, ਉਦੋਂ ਇਹਨੂੰ ਜੱਗ ਨਹੀਂ ਦਿਸਦਾ, ਰੱਬ ਕੀ ਦਿਸਣਾ ਹੈ। ਇੰਨਾ ਇਹਨੂੰ ਆਪਣੇ ਆਪ ਤੇ ਮਾਣ ਗਰੂਰ, ਆਪਣੀਆਂ ਬਾਹਾਂ ਤੇ ਇੰਨਾ ਮਾਣ। ਇੰਨੇ ਵੱਡੇ ਵੱਡੇ ਜਿਹੜੇ ਸਾਡੇ ਦੇਸ਼ ਦੇ ਪਹਿਲਵਾਨ ਹੋਏ, ਜਿਨ੍ਹਾਂ ਨੂੰ ਪਤਾ ਨਹੀਂ ਕਿੰਨੇ ਵੱਡੇ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹੜੇ ਢਹਿੰਦੀ ਨਹੀਂ ਸੀ ਕਿਸੇ ਤੋਂ। ਸਮੇਂ ਨੇ ਢਾਹ ਲਏ, ਵਕਤ ਨੇ ਢਾਹ ਲਏ। ਜਿਹੜੇ ਕਿਸੇ ਦੇ ਹੱਥ ਲਾਇਆ ਹਿਲਦੇ ਨਹੀਂ ਸੀ, ਸਮੇਂ ਨੇ ਐਸੇ ਨਟਾਲ ਕਰਕੇ ਮੰਜੀ ਤੇ ਪਾਏ, ਹੁਣ ਹੱਥ ਦਾ ਸਹਾਰਾ ਤੇ ਬਿਨਾਂ ਉੱਠ ਹੀ ਨਹੀਂ ਸਕਦੇ। ਵਕਤ ਹੈ। तेने क्या शरीर मेरा। पातशाह कहते नहीं नहीं, कहाँ बिसासा इस भांडे का इतना क लागे ठनका। शरीर कादा तेरा, कादा ये शरीर का मान है। माड़ा जिहा ठनका वजया ते इस मिट्टी के भांडे ने टुट जाना, इस मिट्टी के भांडे ने टुट जाना। जा भजे तो ठीकर होवे, घाट घड़ी ना जाए। जदों फुट गया ठीकरा बन गया, ठीकरियां च घड़ा बदल ले, फिर उसकी घाट थोड़ा घड़ी जाती। ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਆਪਣੇ ਆਪ ਦੀ ਪਹਿਚਾਣ ਕਰ, ਤੂੰ ਕੌਣ ਹੈ, ਤੇਰਾ ਆਪਣਾ ਕੌਣ ਹੈ। ਆਪਣਾ ਆਪ ਆਪਣੇ ਆਪ ਨੂੰ ਪਹਿਚਾਨਣਾ, ਸਿਮਰਨ ਦਾ ਆਸਰਾ ਲਓ, ਸੇਵਾ ਦਾ ਆਸਰਾ ਲਓ, ਮੈਡੀਟੇਸ਼ਨ ਕਰੋ। ਜਿੰਨਾ ਬਾਹਰ ਅੱਖਾਂ ਖੋਲ ਕੇ ਬਾਹਰ ਵੇਖ ਰਹੇ ਆ, ਅੱਖਾਂ ਬੰਦ ਕਰਕੇ ਅੰਦਰ ਵੇਖਣਾ ਸ਼ੁਰੂ ਕਰੋ, ਤੁਹਾਨੂੰ ਸਮਝ ਆ ਜਾਏਗੀ ਤੁਸੀਂ ਹੈ ਕੌਣ। ਪਰਮਾਤਮਾ ਨਜ਼ਰ ਆਏਗਾ। ਉਸ ਕਾਦਰ परमात्मा कुदरत ਨੂੰ ਬਣਾਉਣ ਵਾਲਾ, ਕੁਦਰਤ ਵਿੱਚ ਵਸਣ ਵਾਲਾ, ਸੰਸਾਰ 'ਚ ਵਸਣ ਵਾਲਾ ਕਰਤਾ ਪੁਰਖ ਜੀ ਨੂੰ ਕਿਹਾ ਜਾਂਦਾ ਹੈ। ਇੱਕ ਓਮਕਾਰ ਸਤਨਾਮ, ਇੱਕ ਪਰਮਾਤਮਾ ਓਮਕਾਰ ਸਾਰੀਆਂ ਜਗ੍ਹਾ ਵਿਆਪਕ ਸਤਨਾਮ, ਜਿਹਦਾ ਨਾਮ ਸੱਚਾ, ਜਿਹੜਾ ਇੱਕ ਨਾਲ ਜੁੜ ਗਿਆ। ਜਿਹੜਾ ਸਤਨਾਮ ਜਪਦਾ ਹੈ ਉਹ ਇੱਕ ਓਮਕਾਰ ਨਾਲ ਜੁੜੇ ਹੋਏ, ਔਰ ਸਤਨਾਮ ਨੂੰ ਜਪਣ ਵਾਲੇ ਦੀ ਨਿਸ਼ਾਨੀ ਇਹ ਹੈ ਕਿ ਉਹਨੂੰ ਸਾਰਿਆਂ ਵਿੱਚ ਕਰਤਾ ਪੁਰਖ ਨਜ਼ਰ ਆਉਣ ਲੱਗ ਜਾਏ। ਉਹਨੂੰ ਆਪਣੇ ਆਪ ਵਿੱਚੋਂ ਵੀ ਦੂਜਿਆਂ ਵਿੱਚੋਂ ਵੀ ਪਰਮਾਤਮਾ ਨਜ਼ਰ ਆਉਣ ਲੱਗ ਜਾਏ। ਇਹੀ ਸਭ ਤੋਂ ਮੁੱਢਲੀ ਉਹਦੀ ਨਿਸ਼ਾਨੀ ਹੈ। ਜੇ ਉਹ ਨਜ਼ਰ ਨਹੀਂ, ਫਿਰ ਉਹ ਸਮਾਂ ਹੀ ਪਾਸ ਕਰ ਰਿਹਾ ਹੈ, ਫਿਰ ਉਹਦੇ ਕੋਲ ਕੁਝ ਨਹੀਂ। ਆਪਣੇ ਆਪ ਨੂੰ ਧਿਆਨ ਰਾਹੀਂ, ਧਿਆਨ ਲਾ ਕੇ ਆਪਣੇ ਆਪ ਨੂੰ ਪਹਿਚਾਣੀਏ, ਮੈਂ ਕੌਣ ਆ। ਜਦੋਂ ਅੰਦਰੋਂ ਸਮਝ ਆ ਗਈ ਕਿ ਮੈਂ ਕੌਣ ਆ, ਫਿਰ ਇਹ ਵੀ ਪਤਾ ਲੱਗ ਜਾਏਗਾ ਮੇਰਾ ਕੌਣ ਹੈ। ਮੇਰਾ ਤਾਂ ਇੱਕੋ ਇੱਕ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਰਨਿਆ ਮਿੱਤਰ ਅਸਾੜੜੇ ਸਹੀ, ਹਉ ਢੁੰਡੇਦੀ ਜਗ ਸਮਾਇਆ, ਜਨ ਨਾਨਕ ਵਿਰਲੇ ਗਈ। ਮੇਰਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ, ਮੇਰਾ ਤਾਂ ਗੁਰੂ ਗੁਰਬਾਣੀ ਹੈ। ਜਿਹੜਾ ਆਦ ਅੰਤ ਜੋ ਮਤ ਨਿਭਾਵੇ ਸੋ ਸਾਧਨ ਮੇਰਾ ਮਨ ਚਾਹੇ। ਜਿਹੜਾ ਆਦ ਤੋਂ ਅੰਤ ਮਦ ਪੂਰਾ ਜ਼ਿੰਦਗੀ ਤੇ ਮੇਰਾ ਸਾਥ ਦਿੰਦਾ ਹੈ, ਮੇਰੇ ਨਾਲ ਨਿਭਦਾ ਹੈ। ਜਿੱਥੇ ਹੋ ਜਾਈ, ਜਿੱਥੇ ਵੀ ਜਾਵਾਂ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਮੈਂ ਜਿੱਥੇ ਜਾਂਦਾ ਤੂੰ ਸਾਰਿਆਂ ਵਿੱਚ ਮੈਨੂੰ ਨਜ਼ਰ ਆਉਣਾ ਹੈ, ਤੇ ਉਹ ਸੱਚਾ ਪਰਵਤਗਾਰ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ। ਮੈਨੂੰ ਪਹਿਚਾਣ ਹੋ ਗਈ, ਮੈਂ ਤੇਰੀ ਅੰਸ਼ ਹਾਂ ਤੇ ਮੇਰਾ ਅਸਲ ਵਿੱਚ ਹੈ ਵੀ ਤੂੰ। ਬਾਕੀ ਤਾਂ ਸਭ ਕੁਝ ਨਾਸ਼ਵੰਤ ਹੈ ਤੇ ਮੇਰਾ ਘਰ ਵੀ ਉਹੀ ਹੈ। ਮਹਾਰਾਜ ਸਾਹਿਬ ਨੇ ਤਾਂ ਕਿਹਾ ਆ ਜਿਹੜਾ ਘਰ ਹੈ ਕਿਰਾਏ ਦਾ ਘਰ ਹੈ, ਇਸ ਘਰ ਨੂੰ ਛੱਡ ਦੇਈ। ਕਿਰਾਏ ਦੇ ਘਰ ਤੇ ਮੇਰ ਨਹੀਂ ਹੁੰਦੀ, ਉਹਦੀ ਸਾਫ ਸਫਾਈ ਦਾ ਖਿਆਲ ਰੱਖਣਾ ਹੁੰਦਾ, ਟੁੱਟ ਭੱਜ ਨਾ ਹੋਵੇ। ਹਰ ਮਹੀਨੇ ਕਿਰਾਇਆ ਦੇਣਾ ਹੁੰਦਾ ਹੈ, ਤੇ ਜਦੋਂ ਮਕਾਨ ਮਾਲਕ ਹੋਵੇ ਉਸ ਘਰ ਨੂੰ ਖਾਲੀ ਕਰਨਾ ਹੁੰਦਾ। ਇਹ ਨਹੀਂ ਕਿ ਮੈਂ ਨਹੀਂ ਖਾਲੀ ਕਰਨਾ, ਜੇ ਅੜਾਂਗੇ ਖਾਲੀ ਉਹਨੇ ਤਾਂ ਵੀ ਕਰਾ ਲੈਣਾ। ਉਹਦੇ ਕੋਲੇ ਅਧਿਕਾਰ ਹੈ ਕਿਉਂਕਿ ਮਾਲਕ ਹੈ। ਤੇ ਸਿਆਣਾ ਕਿਰਾਏਦਾਰ ਉਹੀ ਹੁੰਦਾ ਜਿਹੜਾ ਮਾਲਕ ਦੇ ਹੁਕਮ ਉਡੀਕਣ ਤੋਂ ਪਾਉਣ ਤੋਂ ਪਹਿਲਾਂ ਤਿਆਰੀ ਕਰਕੇ ਰੱਖੇ। ਜਿਵੇਂ ਮਾਲਕ ਦਾ ਸੱਦਾ ਆਵੇ ਤੇ ਉਹ ਸਮਾਨ ਲੈ ਕੇ ਤੁਰ ਪਵੇ। ਸਤਿਗੁਰੂ ਕਹਿੰਦੇ ਤੂੰ ਇਸ ਕਿਰਾਏ ਦੇ ਮਕਾਨ 'ਚ ਰਹਿ ਰਿਹਾ। ਇੱਕ ਤਾਂ ਇਹਦੀ ਟੁੱਟ ਭੰਨ, ਇਹ ਸਰੀਰ ਦੀ ਗੱਲ ਵੀ ਹੈ। ਸਰੀਰ ਇਹ ਘਰ ਜਿਹੜਾ ਇਹ ਕਿਰਾਏ ਦਾ ਘਰ ਹੈ, ਇਹਦੀ ਟੁੱਟ ਭੱਜ ਦਾ ਖਿਆਲ ਰੱਖੀ। ਤੇ ਇਨਸਾਨ ਨੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ,
ਇਹਨੂੰ ਰੱਬ ਦੀ ਬਣਾਈ ਸ਼ਕਲ ਤੇ ਸੁੰਦਰਤਾ ਤੇ ਯਕੀਨ ਨਹੀਂ ਹੋਇਆ। ਇਹਨੇ ਪੈਸੇ ਦੇ ਕੇ ਇਹਦੀ ਕੱਟ ਵੱਢ ਸ਼ੁਰੂ ਕਰਕੇ ਇਹਨੂੰ ਹੋਰ ਸ਼ਿੰਗਾਰਨਾ ਚਾਹਿਆ, ਭੰਨ ਤੋੜ ਕੀਤੀ। ਫਿਰ ਕਿਰਾਏਦਾਰ ਨੂੰ ਕਿਹਾ ਜਾਂਦਾ ਹਰ ਮਹੀਨੇ ਕਿਰਾਇਆ ਦੇਣਾ। ਮਹਾਰਾਜ ਕਹਿੰਦੇ ਤੂੰ ਸ਼ੁਕਰਾਨੇ ਦਾ ਕਿਰਾਇਆ ਦੇਣਾ ਸੀ, ਸਵੇਰ ਸ਼ਾਮ ਨਿਤਨੇਮ ਸਿਮਰਨ ਕਰਕੇ ਕਿਰਾਇਆ ਦੇਣਾ ਸੀ, ਨਾ ਤੂੰ ਸਿਮਰਨ ਦਾ ਕਿਰਾਇਆ ਦਿੱਤਾ, ਨਾ ਨਿਤਨੇਮ ਦਾ, ਨਾ ਸੇਵਾ ਦਾ ਕਿਰਾਇਆ ਦਿੱਤਾ, ਕਿਰਾਏ ਤੋਂ ਵੀ ਭੱਜਿਆ। ਫਿਰ ਸ਼ਰਤ ਇਹ ਸੀ ਜਦੋਂ ਮਹਿਕਮੇ ਨੂੰ ਖਾਲੀ ਕਰ ਦੇਈ, ਫਿਰ ਵੀ ਤੂੰ ਕਦੇ ਡਾਕਟਰਾਂ ਦੀ ਆੜ ਲਈ, ਕਦੇ ਕਿਤੇ ਭੱਜਿਆ, ਕਿਤੇ ਕਿਸੇ ਨੂੰ ਕਿਹਾ ਕੋਈ ਉਪਾਅ ਦੱਸੋ ਮੈਂ ਬਚ ਜਾਵਾਂ। ਤੇ ਤੈਨੂੰ ਚਾਹੀਦਾ ਤੇ ਅਸੀਂ ਵੀ ਤਿਆਰੀ ਕਰਕੇ ਰੱਖਦਾ, ਹੁਕਮ ਆਉਂਦਾ ਮਾਲਕ ਦਾ ਤੇ ਉੱਠ ਕੇ ਤੁਰ ਪੈਂਦਾ। ਬਾਦਸ਼ਾਹ ਕਹਿੰਦੇ ਮੇਰੇ ਤੇ ਵਿਸ਼ਵਾਸ ਕਰ, ਮੇਰੇ ਕਹਿਣ ਤੇ ਤੂੰ ਕਿਰਾਏ ਦਾ ਘਰ ਛੱਡ ਕੇ ਤਾਂ ਵੇਖ, ਮੈਂ ਇਸ ਤੋਂ ਵੀ ਵੱਡਾ ਤੈਨੂੰ ਕਰ ਦਿਆਂਗਾ, ਔਰ ਐਸਾ ਕਰ ਦਿਆਂਗਾ ਜਿੱਥੇ ਨਾ ਜਨਮ ਹੈ ਤੇ ਨਾ ਮੌਤ। ਜਿਹਨੂੰ ਮਾਰੇ ਕਹਿੰਦੇ ਆ ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਾਹਰ ਨਾ ਹੋਏ ਕੋ ਫੇਰਾ। ਨਿਜ ਘਰ ਉਹ ਤੇਰਾ ਨਿੱਜੀ ਘਰ ਹੋਏਗਾ, ਉਸ ਘਰ ਨੂੰ ਛੱਡਣਾ ਨਹੀਂ ਪੈਣਾ। ਉਸ ਘਰ ਵਿੱਚ ਕਿਰਾਇਆ ਵੀ ਕੋਈ ਨਹੀਂ, ਉਸ ਘਰ ਵਿੱਚ ਡਰ ਵੀ ਕੋਈ ਨਹੀਂ, ਉਸ ਘਰ ਵਿੱਚ ਟੈਕਸ ਕੋਈ ਨਹੀਂ, ਉਸ ਘਰ ਵਿੱਚ ਚੋਰ ਦਾ, ਠੱਗ ਦਾ, ਡਾਕੂ ਦਾ ਕੋਈ ਚਿੰਤਾ ਨਹੀਂ ਹੈ। ਕਿਉਂਕਿ ਤੇਰੇ ਕੋਲ ਕੀਮਤੀ ਵਸਤੂ ਆ। ਕਿਸੇ ਬੰਦੇ ਕੋਲ ਹੀਰਾ ਹੋਵੇ, ਪੈਸੇ ਹੋਣ ਤੇ ਉਹ ਪਹਿਲਾਂ ਪੁੱਛਦਾ ਵੀ ਸੇਫ ਰਸਤਾ ਕਿਹੜਾ, ਕਿਉਂਕਿ ਸੁੰਨੇ ਰਸਤਿਆਂ ਤੇ ਲੁੱਟੇ ਜਾਣ ਦਾ ਡਰ ਹੁੰਦਾ ਹੈ। ਜਿਹੜੇ ਘਰ ਵਿੱਚ ਮਾਰੇ ਕਹਿੰਦੇ ਮੈਂ ਬਿਠਾਵਾਂਗਾ ਉੱਥੇ ਲੁੱਟੇ ਜਾਣ ਦਾ ਡਰ ਕੋਈ ਨਹੀਂ, ਬਾਹਰ ਨਾ ਹੋਏ ਕੋ ਫੇਰਾ। ਵੱਡੀ ਗੱਲ ਇਹ ਹੈ ਆਉਣ ਜਾਣ ਦੀ ਕਹਾਣੀ ਖਤਮ ਹੋ ਜਾਏਗੀ, ਆਵਾਗਾਣ ਦੀ ਖੇਡ ਹੀ ਖਤਮ ਹੋ ਜਾਏਗੀ। ਉਹ ਪਰਮਾਤਮਾ ਬੜਾ ਬੇਅੰਤ ਹੈ, ਬਹੁਤ ਕਿਰਪਾਲੂ ਹੈ, ਬਹੁਤ ਦਿਆਲੂ ਹੈ। ਇਹ ਸਾਰੀ ਕਾਇਨਾਤ ਖਲਕਤ ਉਸੇ ਦੀ ਹੈ, ਸਾਰੀਆਂ ਜਗ੍ਹਾ ਤੇ ਉਹ ਰਮਿਆ ਹੋਇਆ ਹੈ, ਵਸਿਆ ਹੋਇਆ ਹੈ। ਉਸੇ ਨੇ ਸੰਸਾਰ ਬਣਾਇਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜਿਆ ਕਰ ਆਸਣ ਡੇਠੋ ਚਾਓ। ਉਹਨੇ ਆਪ ਸੰਸਾਰ ਬਣਾਇਆ, ਆਪੇ ਰਚਨਾ ਕੀਤੀ, ਆਪੇ ਨਾਮ ਧਰਿਆ। ਕਰ ਆਸਣ ਡੇਠੋ ਚਾਉਣ, ਆਸਣ ਲਾ ਕੇ ਸਾਈਡ ਦੇ ਨਹੀਂ ਵਿੱਚ ਬੈਠ ਕੇ ਸੰਸਾਰ ਨੂੰ ਵੇਖ ਰਿਹਾ ਹੈ ਕਿ ਕੌਣ ਕੀ ਕਰ ਰਿਹਾ, ਕੀ ਹੋ ਰਿਹਾ, ਕਿਵੇਂ ਹੋ ਰਿਹਾ। ਇਹ ਸਾਰੇ ਵਰਤਾਰੇ ਤੇ ਉਸ ਪਰਮਾਤਮਾ ਦੀ ਗਹਿਰੀ ਨਜ਼ਰ ਹੈ। ਇੱਕ ਮਿੰਟ ਲਈ, ਇੱਕ ਸਕਿੰਟ ਲਈ ਵੀ ਉਹ ਵਿਸਲਾ ਨਹੀਂ, ਇੱਕ ਵੀ ਕੁਝ ਐਸਾ ਨਹੀਂ ਜਿਹੜਾ ਪਰਮਾਤਮਾ ਦੀ ਨਜ਼ਰ ਤੋਂ ਬਾਹਰ ਹੋ। ਸਭ ਕੁਝ ਉਹਦੀ ਨਜ਼ਰ ਵਿੱਚ ਹੋ ਰਿਹਾ ਹੈ। ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਪਾਵਨ ਪਵਿੱਤਰ ਸਵਈਆਂ ਦੀ ਬਾਣੀ ਵਿੱਚ ਗਰੀਬ ਨਵਾਜ਼ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ ਤੇ ਐਸੇ ਪੂਰਨੇ ਪਾ ਰਹੇ ਨੇ ਕਿ ਪਰਮਾਤਮਾ ਭਾਈ ਕਿੰਨਾ ਵਿਅਕਤ ਹੈ, ਕਿੰਨਾ ਕਿਰਪਾਲੂ ਦਿਆਲੂ ਹੈ। ਉਸ ਪਰਮਾਤਮਾ ਦੇ ਚਰਨਾਂ ਦੇ ਦਾਸ ਬਣ ਕੇ ਰਹੀਏ। ਆਓ ਗੁਰੂ ਸਾਹਿਬ ਪਰਮਾਤਮਾ ਦੀ ਵਡਿਆਈ ਵਿੱਚ ਕੀ ਕਹਿ ਰਹੇ ਹਨ। ਸਕਲ ਭਵਨ ਧਾਰੇ, ਏਕ ਥੇ ਕੀਏ ਬਿਸਥਾਰੇ। ਪੂਰ ਰਹਿਓ ਸਰਬ ਮਹਿ, ਆਪ ਹੈ ਨਿਰਾਰੇ। ਸਗਲ ਭਵਨ ਧਾਰੇ, ਸਾਰੇ ਬ੍ਰਹਮੰਡਾਂ ਦਾ, ਸਾਰੇ ਖੰਡਾਂ ਦਾ, ਸਾਰੇ ਭਵਨਾਂ ਦਾ ਉਹ ਮਾਲਕ ਆਪ ਹੈ। ਸਾਰੇ ਖੰਡ, ਸਾਰੇ ਬ੍ਰਹਮੰਡ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇਹ ਸਭ ਕੁਝ ਉਸ ਪਰਮਾਤਮਾ ਨੇ ਬਣਾਇਆ। ਜੋ ਕੁਝ ਵੀ ਕਹਤੇ ਇੰਦ ਚੰਦ ਸੂਰ ਕਹਤੇ ਮੰਡਲ ਦੇਸ਼, ਇਹ ਸਭ ਕੁਝ ਉਸ ਨੇ ਬਣਾਇਆ। ਸਗਲ ਭਵਨ ਧਾਰੇ, ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਥਾਪਣ ਵਾਲਾ ਪਰਮਾਤਮਾ ਆਪ ਹੈ। ਏਕ ਥੇ ਕੀਏ ਵਿਸਤਾਰੇ, ਇੱਕ ਅਕਾਲ ਪੁਰਖ ਵਾਹਿਗੁਰੂ। ਇੱਕ ਤੋਂ ਹੀ ਸਾਰਿਆਂ ਦਾ ਪਸਾਰਾ ਹੈ। ਏਕ ਹੈ, ਅਨੇਕ ਹੈ। ਇੱਕ ਤੋਂ ਅਨੇਕਤਾ ਹੈ, ਅਨੇਕ ਹੈ ਫਿਰ ਏਕ ਹੈ। ਅਨੇਕਤਾ ਵਿੱਚ ਇੱਕ ਵੀ ਉਹ ਆ ਬੈਠਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ माटी एक अनेक भगत कर साजी साजनहार है। ना कछ पोच माटी के पांडे, ना कछ पोच कुमार है। तू मात पिता हम बारक तेरे, वो साडा माता पिता है। उस एक तो ही ये सारी खलकत, सारी कायनात, सारी कुदरत बनी है। उस एक तो बिना कुछ भी नहीं। जिथे कुछ है उथे परमात्मा है, जिथे कुछ भी नहीं उथे परमात्मा भी नहीं। पूर्ण हो सब में। बड़ी गल ये, जो कुछ उस परमात्मा ने बनाया सारिया विच भरपूर होके, सर्व जगह वो व्यापक होके आप विच वसिया होया। आप है नरारे। और इस तो विलखण वाली गल ये हुई, जिवें पानी दे विच मुरगाई रहण वाली,
हर वेले पानी च रहिंदी है मुर्गाबी ते अपने खंभ नहीं भेजण दिंदी। बड़ी अचंभे वाली गल है, कोई पानी च रवे ते भेजण ना दवे अपने आप को। परमात्मा इसे तरह सारी जगह सर्व जगह व्यापक है, हर पासे आप वरत रहा है ते विच वरतदा होया भी निरारे निर्लेप है। ਉਹਨੂੰ ਕਿਸੇ ਤਰ੍ਹਾਂ ਦਾ ਲੇਪ ਸ਼ੇਪ ਨਹੀਂ, ਕਿਸੇ ਤਰ੍ਹਾਂ ਦਾ ਉਹਦੇ ਤੇ ਜ਼ੋਰ ਅਜ਼ਮਾਈ ਨਹੀਂ, ਕਿਸੇ ਤਰ੍ਹਾਂ ਦਾ ਸਮੇਂ ਦਾ ਉਹਦੇ ਤੇ ਅਸਰ ਨਹੀਂ ਹੈ। ਉਹ ਵਿੱਚ ਦਿਨ ਰਾਤ ਨਿਰੰਤਰ ਇੱਕ ਰਸ ਹੋ ਕੇ ਵਰਤ ਰਿਹਾ ਹੈ ਤੇ ਸਾਰਿਆਂ ਵਿੱਚ ਵਰਤਦਾ ਹੋਇਆ ਨਿਰਲੇਪ ਹੈ। ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਇੱਕ ਅਲਖ ਮੁਰਾਰੇ। ਉਸ ਪਰਮਾਤਮਾ ਦੇ ਗੁਣਾਂ ਦਾ, ਹਰੀ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤ ਹੈ। ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾ ਸਿਵ ਜੋ ਕਰੀ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਬਾਰ ਸਾਰੀਆਂ ਪੌੜੀ ਤੁਸੀਂ ਇਹਦਾ ਜਪਜੀ ਸਾਹਿਬ ਚ ਪੜ੍ਹਦੇ ਹੋ, ਉਹਦਾ ਕੋਈ ਅੰਤ ਨਹੀਂ। ਇਹੋ ਅੰਤ ਨਾ ਜਾਣੇ ਕੋਈ, ਉਹਦਾ ਅੰਤ ਹੀ ਇਹ ਹੈ ਕਿ ਉਹਦੇ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ। ਹਰ ਗੁਣ ਨਾਹੀ ਅੰਤ ਪਾਰੇ, ਉਸ ਹਰੀ ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਜੀ ਜੰਤ ਸਭ ਥਾਰੇ, ਇਹ ਸਾਰੇ ਜੀਵ ਜੰਤ, ਚਾਹੇ ਉਹ ਪਾਣੀ ਵਿੱਚ ਰਹਿਣ ਵਾਲੇ ਹੋਣ, ਚਾਹੇ ਉਹ ਮੁੜਕੇ ਤੋਂ ਪੈਦਾ ਹੋਣ ਵਾਲੇ ਹੋਣ, ਚਾਹੇ ਅੰਡਿਆਂ ਤੋਂ, ਚਾਹੇ ਦੇਰ ਤੋਂ ਪੈਦਾ ਹੋਣ ਵਾਲੇ ਹੋਣ, ਉਹ ਸਾਰੇ ਪਰਮਾਤਮਾ ਤੇਰੇ ਥਾਰੇ, ਤੇਰੇ ਹਨ, ਤੇਰੇ ਸਾਜੇ, ਤੇਰੇ ਨਵਾਜੇ, ਤੇਰੀ ਪੈਦਾਇਸ਼ ਹਨ। ਤੂੰ ਸਭ ਨੂੰ ਜਨਮ ਦਿੱਤਾ ਹੈ, ਸਗਲ ਕੋ ਦਾਤਾ, ਤੇ ਸਾਰਿਆਂ ਦਾ ਦਾਤਾ ਮਾਲਕ ਤੁਸੀਂ ਆਪ ਹੋ। ਇਹ ਨਹੀਂ ਕਿ ਫਲਾਣਿਆਂ ਨੂੰ ਕੋਈ ਹੋਰ ਪਾਲ ਰਿਹਾ ਹੈ, ਕਿਸੇ ਹੋਰ ਸ਼੍ਰੇਣੀ ਦੇ ਜੀਵ ਜੰਤੂਆਂ ਨੂੰ ਕੋਈ ਹੋਰ ਪਾਲ ਰਿਹਾ ਹੈ। ਸਾਰਿਆਂ ਦਾ ਦਾਤਾ ਤੂੰ ਆਪ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਵਿੱਚ ਵਰਤ ਵੀ ਰਿਹਾ ਤੇ ਸਾਰਿਆਂ ਨੂੰ ਪਾਲ ਵੀ ਰਿਹਾ ਹੈ। ਇੱਕ ਹੈ ਅਲਖ ਮੁਰਾਰੇ, ਇੱਕ ਪਰਮਾਤਮਾ ਅਲਖ ਨਾ ਲਿਖੇ ਜਾਣ ਵਾਲੇ। ਮੁਰਾਰੇ ਦਾ ਅਰਥ ਹੁੰਦਾ ਮੁਰਾਰੀ, ਮੁਰਾਰੀ ਸ਼ਬਦ ਭਗਵਾਨ ਕ੍ਰਿਸ਼ਨ ਦੀ ਨਾਲ ਜੁੜਦਾ, ਕ੍ਰਿਸ਼ਨ ਮੁਰਾਰੀ ਕਿਹਾ ਜਾਂਦਾ। ਉਹ ਇਸ ਕਰਕੇ ਕਿਹਾ ਜਾਂਦਾ ਹੈ ਕਿ ਕੁਝ ਕੁ ਸ਼ਬਦ ਜਿਹੜੇ ਨੇ ਸ਼ਫੂਤੀ ਹੁੰਦੇ ਨੇ, ਕਿਸੇ ਸਿਫਤ ਵਿੱਚੋਂ ਆਏ। ਉਹਨਾਂ ਨੇ ਮੁਰਨਾਮੀ ਦੈਂਤ ਦਾ ਨਾਸ਼ ਕੀਤਾ ਤੇ ਉਹਨਾਂ ਦਾ ਨਾਮ ਕ੍ਰਿਸ਼ਨ ਮੁਰਾਰੀ ਪੈ ਗਿਆ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੁਸੀਂ ਮੇਰੇ ਅੰਦਰ ਬੈਠੇ ਹੋਏ ਹੰਕਾਰ ਰੂਪੀ ਮੁਰ ਦੈਂਤ ਦਾ ਨਾਸ਼ ਕਰ ਦਿੱਤਾ ਸਦਾ ਲਈ, ਤੇ ਤੁਸੀਂ ਮੇਰੇ ਲਈ ਮੁਰਾਰੇ ਹੋ। ਤੁਸੀਂ ਮੇਰੇ ਲਈ ਮੁਰਾਰੇ ਹੋ ਕਿਉਂਕਿ ਮੇਰੇ ਅੰਦਰੋਂ ਹੰਕਾਰ ਦੇ ਉਸ ਮੁਰ ਦੈਂਤ ਨੂੰ ਖਤਮ ਕਰ ਦਿੱਤਾ ਹੈ। ਆਪ ਹੀ ਧਾਰਨ ਧਾਰੇ, ਕੁਦਰਤ ਹੈ ਦੇਖਾਰੇ, ਵਰਨ ਚਿਹਨ ਨਾਹੀ, ਮੁਖ ਨਾਮ ਸਾਰੇ। ਆਪ ਹੀ ਧਾਰਨ ਧਾਰੇ, ਸਤਿਗੁਰੂ ਤੁਸੀਂ ਆਪ ਹੀ ਇਹ ਸਾਰੇ ਸੰਸਾਰ ਨੂੰ ਬਣਾਇਆ ਤੇ ਸਾਰਿਆਂ ਨੂੰ ਟਿਕਾ ਕੇ ਰੱਖਿਆ ਹੋਇਆ। ਤੁਸੀਂ ਆਸਰਾ ਵੀ ਆਪ ਹੀ ਦਿੱਤਾ ਹੈ। ਟਿਕਾ ਕੇ ਰੱਖਣਾ ਕੀ ਹੁੰਦਾ ਹੈ? ਸਰੀਰ ਦਿੱਤਾ, ਸਰੀਰ 'ਚ ਜੋਤ ਪਾ ਦਿੱਤੀ, ਸਵਾਸ ਪਾ ਦਿੱਤੇ ਤੇ ਟਿਕ ਗਿਆ। ਤੇ ਜਦੋਂ ਉਹ ਸਵਾਸ ਨਿਕਲੇ, ਸਵਾਸਾਂ ਦੀ ਥੰਮੀ ਟੁੱਟੀ, ਸਵਾਸਾਂ ਦੀ ਲੱਜ ਟੁੱਟੀ, ਟੁੱਟੀ ਨਾਗਰ ਲੱਜ, ਭੰਨੀ ਘੜੀ ਸਵਰਨ ਵੀ ਟੁੱਟੀ ਨਾਗਰ ਲੱਜ। ਬਾਬਾ ਸਿੰਘ ਫਰੀਦ ਸਾਹਿਬ ਕਹਿੰਦੇ ਇਹ ਇੰਨੇ ਸੋਹਣੇ ਸਰੀਰ ਜਿਹੜਾ ਸਵਾਸਾਂ ਦੀ ਲੱਜ ਰੱਸੇ ਨਾਲ ਪਰਮਾਤਮਾ ਨੇ ਜਿੰਦ ਆਤਮਾ ਨੂੰ ਬੰਨ੍ਹ ਕੇ ਰੱਖਿਆ ਸੀ ਨਾ, ਜਦੋਂ ਉਹ ਸਵਾਸਾਂ ਦਾ ਰੱਸਾ ਟੁੱਟਿਆ, ਸਵਾਸਾਂ ਦੀ ਲੱਜ ਟੁੱਟੀ, ਇਹ ਇੰਨਾ ਸੋਹਣਾ 6 ਫੁੱਟ ਦਾ ਸਰੀਰ ਢਹਿ ਢੇਰੀ ਹੋ ਕੇ ਜ਼ਮੀਨ ਤੇ ਡਿੱਗ ਪਿਆ। ਭੰਨੀ ਘੜੀ ਸਵਰਨ ਵੀ ਟੁੱਟੀ ਨਾਗਰ ਲੱਜ। ਇੰਨਾ ਸੋਹਣਾ ਇਹ ਸਰੀਰ ਦਾ ਘੜਾ ਭੰਨ ਕੇ ਮੌਤ ਨੇ ਜ਼ਮੀਨ ਤੇ ਸਿੱਟ ਦਿੱਤਾ। ਪਰਮਾਤਮਾ ਨੇ ਆਪ ਇਸ ਸੰਸਾਰ ਨੂੰ ਸਾਜਿਆ, ਆਪ ਬਣਾਇਆ ਹੈ ਤੇ ਆਪ ਹੀ ਵਿੱਚ ਟਿਕਿਆ ਹੋਇਆ ਤੇ ਟਿਕਾ ਕੇ ਰੱਖਿਆ ਹੋਇਆ। ਕੁਦਰਤ ਹੈ ਦੇਖਾਰੇ, ਇਹ ਕੁਦਰਤ ਸਾਰੀ ਪਰਮਾਤਮਾ ਨੇ ਬਣਾਈ ਔਰ ਇਸ ਕੁਦਰਤ ਵਿੱਚ ਉਹ ਵਸ ਰਿਹਾ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਆਸਤਿਕ ਹੁੰਦੇ ਆ, ਇੱਕ ਨਾਸਤਿਕ ਹੁੰਦੇ ਆ। ਨਾਸਤਿਕ ਬੰਦਿਆਂ ਦੀ ਤਾਂ ਇਹ ਆ ਵੀ ਰੱਬ ਦਿਖਾਓ ਕਿੱਥੇ ਹੈ, ਜਿਹੜੀ ਚੀਜ਼ ਦਿਸਦੀ ਨਹੀਂ ਅਸੀਂ ਕਿਵੇਂ ਮੰਨੀਏ। ਹੁਣ ਦਿਸਦਾ ਤਾਂ ਬਹੁਤ ਕੁਛ ਨਹੀਂ, ਨੀਂਦ ਕਿਹੜਾ ਦਿਸਦੀ ਹੈ ਪਰ ਆਉਂਦੀ ਹੈ, ਭੁੱਖ ਕਿਹੜਾ ਸਾਨੂੰ ਦਿਸਦੀ ਹੈ ਪਰ ਲੱਗਦੀ ਹੈ, ਦਰਦ ਕਿਹੜਾ ਕਿਸੇ ਨੂੰ ਦਿਸਦਾ ਪਰ ਜਿਹਨੂੰ ਹੁੰਦਾ ਉਹਨੂੰ ਪਤਾ ਹੈ ਨਾ ਵੀ ਦਰਦ ਦੀ ਅਹਿਮੀਅਤ ਕੀ ਹੈ। ਹੁਣ ਬਿਜਲੀ ਦੀਆਂ ਤਾਰਾਂ ਕਿੰਨੀਆਂ ਮੋਟੀਆਂ, ਜਦੋਂ ਕੋਈ ਬੰਦਾ ਕਵੇ ਦੇ ਵਿੱਚੋਂ ਬਿਜਲੀ ਦਿਖਾਓ ਮੈਨੂੰ, ਕਿੱਥੇ ਹੈ?
ਤੇ ਫਿਰ ਕੀ ਕਹੋਗੇ ਭਾਈ ਵੀ ਤਾਰਾਂ ਨੂੰ ਹੱਥ ਲਾ ਕੇ ਵੇਖ, ਤੈਨੂੰ ਆਪਣੇ ਆਪ ਪਤਾ ਲੱਗ ਜਾਏਗਾ ਬਿਜਲੀ ਹੈ ਕਿ ਨਹੀਂ। ਪਰ ਹੈ ਤਾਂ ਹੈ ਨਾ। ਹਵਾ ਦਾ ਸਰੂਪ ਦੇਖਣਾ ਵੀ ਔਖਾ ਹੈ, ਪਰ ਮਹਿਸੂਸ ਹੁੰਦੀ ਹੈ। ਬੜੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਅਦ੍ਰਿਸ਼ਟ ਨੇ ਪਰ ਹੈ ਨੇ। ਤੇ ਵੱਡੀ ਗੱਲ, ਜਿਹੜਾ ਸਾਨੂੰ ਸੁੱਤਿਆਂ ਪਿਆਂ ਵੀ ਜਿਉਂਦਾ ਰੱਖ ਰਿਹਾ ਉਹ ਕੌਣ ਹੈ? ਕੋਈ ਬੈੱਡ ਦੇ ਸਹਾਰੇ ਸੋਚ ਨਹੀਂ ਲੱਗੀ ਵੀ ਉਸ ਛੱਡ ਕੇ ਸੋਈਏ ਵੀ ਸਵਾਸ ਚੱਲਦੇ ਰਹਿਣ, ਕਿਤੇ ਰੁਕ ਨਾ ਜਾਣ। ਸੁੱਤੇ ਪਿਆਂ ਵੀ ਜੇ ਕੋਈ ਸਵਾਸ ਚਲਾ ਰਿਹਾ ਹੈ, ਸੁੱਤੇ ਪਿਆਂ ਵੀ ਜੇ ਸਾਨੂੰ ਨਿਰੰਤਰ ਕੋਈ ਕਿਰਿਆਸ਼ੀਲ ਰੱਖ ਰਿਹਾ ਹੈ, ਤਾਂ ਉਹ ਪਰਮਾਤਮਾ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੇ ਜਿਹੜੇ ਆਸਤਿਕ ਲੋਕ ਨੇ, ਆਸ਼ਾਵਾਦੀ ਲੋਕ ਨੇ, ਉਹਨਾਂ ਨੂੰ ਕੁਦਰਤ ਵਿੱਚੋਂ ਵੀ ਪਰਮਾਤਮਾ ਦਿਸਦਾ। ਸਾਨੂੰ ਦੇਖੋ ਕੁਦਰਤ ਦੇ ਪੁਜਾਰੀ ਨਹੀਂ ਬਣਾਇਆ, ਸਾਨੂੰ ਜੱਟਾਂ ਕਰੀਰਾਂ ਦੇ ਪੁਜਾਰੀ ਨਹੀਂ ਬਣਾਇਆ, ਸਾਨੂੰ ਦਰਖਤਾਂ ਦੇ ਪੂਜਕ ਨਹੀਂ ਬਣਾਇਆ। ਅੱਜ ਜਦੋਂ ਸਮ ਦ੍ਰਿਸ਼ਟੀ ਹੋ ਜਾਂਦੀ ਹੈ, ਫਿਰ ਇੱਕ ਦਰਖਤ ਨੂੰ ਵੇਖ ਕੇ ਵੀ ਲੱਗਦਾ ਬਲਿਹਾਰੀ ਕੁਦਰਤ ਵਸਿਆ। ਗੁਰੂ ਨਾਨਕ ਸਾਹਿਬ ਨੂੰ ਦਿਸਿਆ ਕੁਦਰਤ ਵਿੱਚੋਂ ਰੱਬ। ਤਾਂ ਹੀ ਉਹਨਾਂ ਨੇ ਕਿਹਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਲਖਿਆ ਨਹੀਂ ਜਾ ਸਕਦਾ ਪਾਤਸ਼ਾਹ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਕੁਦਰਤ ਵਿੱਚ ਵੀ ਇੱਕ ਸਾਰਤਾ ਵਿੱਚ ਇੱਕ ਰਸ ਹੋ ਕੇ ਵਰਤ ਰਿਹਾ। ਤੇ ਜੇ ਕੋਈ ਕਹੇ ਜੀ ਕੁਦਰਤ ਜੇ ਰੱਬ ਵਸਦਾ ਤਾਂ ਫਿਰ ਕੁਦਰਤ ਦੀ ਪੂਜਾ ਕਰ ਲਈਏ। ਹਾਂ, ਕੁਦਰਤ ਦੀ ਸੰਭਾਲ ਕਰਨੀ ਸਾਡਾ ਫਰਜ਼ ਬਣਦਾ ਹੈ। ਜੋ ਪਰਮਾਤਮਾ ਨੇ ਬਾਹਰਲੇ ਦੇਸ਼ਾਂ ਵਿੱਚ ਕੀ ਹੈ, ਉਹਨਾਂ ਨੇ ਜਿਹੜੇ ਪਾਣੀ ਦੇ ਚਸ਼ਮੇ ਸਨ, ਕੋਈ ਉੱਥੇ ਨਵੀਆਂ ਚੀਜ਼ਾਂ ਨਹੀਂ, ਜੋ ਕੁਦਰਤੀ ਸਰੋਤ ਸਨ ਉਹਨਾਂ ਨੇ ਉਹਨਾਂ ਨੂੰ ਸੰਭਾਲਿਆ। ਕਿਤੇ ਘਾਹ ਬਹੁਤ ਸੀ, ਉਹਨਾਂ ਨੇ ਘਾਹ ਨੂੰ ਕੱਟ ਕੇ ਬੜੀਆਂ ਸੋਹਣੀਆਂ ਪਾਰਕਾਂ ਬਣਾ ਦਿੱਤੀਆਂ। ਉਹਨਾਂ ਨੇ ਜੰਗਲਾਂ ਨੂੰ ਸ਼ਿੰਗਾਰ ਲਿਆ। ਜਿੱਥੋਂ ਕਿਤੋਂ ਨਾਗਰਾ ਫਲ ਵਰਗੇ ਜਿੱਥੋਂ ਪਾਣੀ ਡਿੱਗ ਰਿਹਾ ਹੈ, ਉਸ ਜਗ੍ਹਾ ਨੂੰ ਇੰਨਾ ਟੂਰਿਸਟ ਪਲੇਸ ਬਣਾ ਦਿੱਤਾ, ਦੇਖਣ ਯੋਗ, ਉਹਨੂੰ ਸੰਭਾਲ ਕੇ ਸ਼ਿੰਗਾਰ ਕੇ ਸੋਹਣਾ ਬਣਾ ਕੇ ਸਮਾਜ ਦੇ ਸਾਹਮਣੇ ਰੱਖ ਦਿੱਤਾ। ਉਹਨਾਂ ਨੇ ਮੀਂਹ ਦੇ ਪਾਣੀ ਨੂੰ ਸੰਭਾਲਣ ਦਾ ਇੰਤਜ਼ਾਮ ਕਰ ਲਿਆ। ਸਾਡੇ ਕੋਲੇ ਜਦ ਕਿ ਇਹੋ ਜਿਹੀਆਂ ਗੱਲਾਂ ਨਹੀਂ। ਮੀਂਹ ਦਾ ਕਿੰਨਾ ਪਾਣੀ ਵੇਸਟ ਜਾ ਰਿਹਾ, ਕੋਈ ਸੰਭਾਲਣ ਦੀ ਸਾਡੇ ਉਧਰ ਨੂੰ ਦਿਮਾਗ ਨਹੀਂ ਜਾ ਰਿਹਾ। ਇਹ ਕੁਦਰਤ ਦੀ ਸੰਭਾਲ ਕਰਨਾ ਹੀ ਕਾਦਰ ਦੀ ਪੂਜਾ ਹੈ। ਕੁਦਰਤ ਦਾ ਧਿਆਨ ਰੱਖਣਾ ਪਰਮਾਤਮਾ ਦੀ ਖੁਸ਼ੀ ਲੈਣ ਦੇ ਬਰਾਬਰ ਹੈ। ਬਿਨਾਂ ਕਿਸੇ ਵਜ੍ਹਾ ਕਿਸੇ ਦਰਖਤ ਨੂੰ ਵੱਢ ਦਿੰਦੇ ਹੋ, ਫਿਰ ਉਹ ਰੱਬ ਦੀ ਆਤਮਾ ਦੁਖਦੀ ਹੈ, ਪਰਮਾਤਮਾ ਨਾਰਾਜ਼ ਹੁੰਦਾ ਹੈ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਬਲਿਹਾਰੀ ਕੁਦਰਤ ਵਸਿਆ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਆਸਤਿਕ ਲੋਕ ਨੇ ਉਹਨਾਂ ਨੂੰ ਕੁਦਰਤ ਵਿੱਚੋਂ ਪਰਮਾਤਮਾ ਨਜ਼ਰ ਆਉਂਦਾ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਵਿੱਚੋਂ ਸੁਣ ਰਿਹਾ, ਕੁਦਰਤ ਵਿੱਚੋਂ ਦਿਸ ਰਿਹਾ, ਹਰ ਪਾਸੇ ਉਹਨਾਂ ਨੂੰ ਪਰਮਾਤਮਾ ਨਜ਼ਰ ਆ ਰਿਹਾ। ਹਰ ਪਾਸੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨਜ਼ਰ ਆ ਰਹੀ ਹੈ। ਫਿਰ ਉਹ ਇੰਨਾ ਆਨੰਦ ਲੈਂਦੇ ਨੇ, ਮੈਡੀਟੇਸ਼ਨ ਕਰਨਾ, ਦਰਖਤਾਂ ਵਿੱਚ ਜਾ ਕੇ ਬੈਠ ਜਾਂਦੇ ਆ। ਤਾਂ ਹੀ ਆ ਜਿਹੜੇ ਜੋਗੀ ਲੋਕ, ਸਿੱਧ ਲੋਕ ਤਕਰੀਬਨ ਜੰਗਲਾਂ ਮੇਲਿਆਂ ਜਾ ਕੇ ਬੈਠਦੇ, ਸਾਰੇ ਕੁਦਰਤ ਨਾਲ ਗੱਲਾਂ, ਹਵਾ ਨਾਲ ਗੱਲਾਂ ਕਰਦੇ ਨੇ, ਪੱਤਿਆਂ ਨਾਲ ਗੱਲਾਂ, ਦਰਖਤਾਂ ਨਾਲ, ਫਲਾਂ ਨਾਲ ਗੱਲਾਂ। ਭਾਈ ਸਾਹਿਬ ਵੀਰ ਸਿੰਘ ਦੀਆਂ ਨਜ਼ਮਾਂ ਪੜ੍ਹ ਕੇ ਵੇਖੋ, ਉਹ ਕਿਤੇ ਪਾਣੀ ਦੇ ਵੇਗ ਚਸ਼ਮੇ ਨਾਲ ਗੱਲ ਕਰ ਲੈਂਦੇ ਆ, ਕਿਤੇ ਉਹ ਤੇਜ਼ ਹਵਾ ਨਾਲ, ਕਿਤੇ ਟਾਹਲੀ ਦੇ ਪੱਤਿਆਂ ਨਾਲ ਗੱਲ ਕਰ ਲੈਂਦੇ ਆ। ਇੱਕ ਕਵੀ ਦੀ ਉਡਾਰੀ ਹੁੰਦੀ ਹੈ, ਇੱਕ ਕਵੀ ਦਾ ਬਹੁਤ ਇੱਕ ਤਲ ਹੁੰਦਾ ਹੈ, ਉਹਦੀ ਮਾਨਸਿਕਤਾ ਮਨੋਬਲ ਕਿੰਨੀ ਉੱਚੀ ਹੋ ਚੁੱਕੀ ਹੈ ਸਿਮਰਨ ਕਰ ਕਰਕੇ, ਉਹਦਾ ਹਿਰਦਾ ਦਾਇਰਾ ਔਰਾ ਕਿੰਨਾ ਵਿਸ਼ਾਲ ਹੋ ਚੁੱਕਿਆ ਹੈ ਪਰਮਾਤਮਾ ਦੀ ਸਿਫਤ ਕਰ ਕਰਕੇ। ਇਹ ਉਹਦੇ ਸ਼ਬਦਾਂ ਤੋਂ, ਉਹਦੇ ਬੋਲਾਂ ਤੋਂ, ਉਹਦੀ ਰਹਿਣੀ ਤੋਂ, ਉਹਦੀ ਸਹਿਣੀ ਤੋਂ, ਉਹਦੀ ਕਹਿਣੀ ਤੋਂ ਪਤਾ ਲੱਗਦਾ ਹੈ ਵੀ ਇਹਨੂੰ ਹੁਣ ਕੁਦਰਤ ਵਿੱਚੋਂ ਰੱਬ ਦਿਸਣ ਲੱਗਿਆ ਜਾਂ ਨਹੀਂ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਆ ਕਿ ਸਾਰਿਆਂ ਵਿੱਚ, ਸਾਰੀ ਕੁਦਰਤ ਵਿੱਚ ਸਾਰੇ ਜੀਵ ਜੰਤ ਤੇਰੇ ਨੇ, ਸਾਰਿਆਂ ਦੀ ਪੈਦਾਇਸ਼ ਤੇਰੇ ਤੋਂ ਹੈ, ਸਾਰਿਆਂ ਦੇ ਦਾਤੇ ਤੁਸੀਂ ਆਪ ਹੋ। ਸਾਰਿਆਂ ਵਿੱਚ ਇੱਕ ਰਸਤਾ, ਇੱਕ ਰਸ, ਇੱਕ ਲੈਅਬੱਧ, ਉਹਨਾਂ ਵਿੱਚ ਰਾਮੇ ਹੋਏ ਤੁਸੀਂ ਇੱਕ ਸਾਰਤਾ ਨਾਲ ਵਰਤ ਰਹੇ ਹੋ, ਵਿਆਪਕ ਹੋ। ਤੇ ਬਾਦਸ਼ਾਹ ਆ ਜਿਹੜੀ ਕੁਦਰਤ ਹੈ, ਇਸ ਕੁਦਰਤ ਵਿੱਚ ਵੀ ਤੁਹਾਡਾ ਵਸੇਬਾ ਹੈ, ਇਸ ਕੁਦਰਤ ਵਿੱਚ ਵੀ ਤੁਸੀਂ ਆਪ ਵਸ ਰਹੇ ਹੋ। ਵਰਨ ਚਿਹਨ ਨਹੀਂ, ਤੁਹਾਡਾ ਕੋਈ ਰੂਪ ਰੰਗ ਨਹੀਂ, ਤੁਹਾਡਾ ਕੋਈ ਮੁਖ ਨਹੀਂ, ਤੁਹਾਡੀਆਂ ਕੋਈ ਅੱਖਾਂ ਨਹੀਂ, ਤੁਹਾਡੀ ਕੋਈ ਰਸਨਾ ਨਹੀਂ, ਤੁਹਾਡਾ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰੇ ਗੁਣ ਵੇ ਪ੍ਰਭ ਭੈਨ ਕੋਈ, ਤੁਹਾਡੇ ਸਰੀਰ ਦਾ ਕਾਰ ਨਹੀਂ, ਰੂਪ ਰੰਗ ਕਰ ਹੈ ਹੀ ਕੋਈ ਨਹੀਂ। ਮੁਖ ਨਾ ਮਸਾਰੇ, ਮਸਾਰੇ ਦਾ ਅਰਥ ਹੁੰਦਾ ਦਾੜੀ, ਤੁਹਾਡਾ ਮੁਖ ਵੀ ਨਹੀਂ ਤੇ ਦਾੜੀ ਵੀ ਨਹੀਂ। ਮਸਾਰੇ ਜਦੋਂ ਦਾੜੀ ਫੁੱਟਦੀ ਉਹਨੂੰ ਕਿਹਾ ਜਾਂਦਾ ਮਸ ਫੁੱਟਿਆ।
ਇਹਦੇ ਅਰਥ ਪ੍ਰੋਫੈਸਰ ਹਰਬੰਸ ਸਿੰਘ ਪਟਿਆਲੇ ਵਾਲਿਆਂ ਨੇ ਕੀਤਿਆ ਵੀ ਮਾਸ ਸਾਰੇ ਮਾਸ, ਤੇਰਾ ਸਰੀਰ ਕੋਈ ਮਾਸ ਦਾ ਨਹੀਂ ਬਣਿਆ, ਤੁਸੀਂ ਮਾਸ ਤੋਂ ਪੈਦਾ ਨਹੀਂ ਹੋਏ। ਤੁਹਾਡੀ ਹੋਂਦ, ਤੁਹਾਡੀ ਪੈਦਾਇਸ਼, ਤੁਹਾਡੀ ਬਣਤਰ ਮਾਸ ਨਹੀਂ ਹੈ। ਜੇ ਮਾਸ ਹੋਏਗੀ ਤਾਂ ਫਿਰ ਨਾਸ਼ਵੰਤ ਹੋ ਜਾਓਗੇ। ਜੇ ਤੁਹਾਡੀ ਹੋਂਦ ਸਰੀਰ ਹੋਏਗੀ ਤਾਂ ਫਿਰ ਸਰੀਰ ਦਾ ਆਵਾ ਕੌਣ ਦੇ ਚੱਕਰ ਵਿੱਚ ਹੈ। ਜੇ ਤੁਸੀਂ ਜੜ ਜੂਨੀ ਹੋ ਜਾਓਗੇ, ਜੁਨੀਆਂ ਵਿੱਚ ਆ ਜਾਓਗੇ, ਫਿਰ ਪਰਮਾਤਮਾ ਨਹੀਂ ਹੋ ਸਕਦਾ। ਪਰਮਾਤਮਾ ਤਾਂ ਉਹ ਹੈ ਜਿਹੜਾ ਆਦਿ ਸੱਚ, ਜੁਗਾਦ ਸੱਚ, ਜੁਗੋ ਜੁਗ ਅਟਲ ਰਵੇ ਔਰ ਇੱਕ ਸਾਰਤਾ ਵਿੱਚ ਰਵੇ, ਨਾ ਕਦੇ ਮੈਲਾ ਹੋਵੇ ਤੇ ਨਾ ਕਦੇ ਪੁਰਾਣਾ ਹੋਵੇ। ਉਹ ਪਰਮਾਤਮਾ ਹੈ, ਉਹਦਾ ਸਰੂਪ ਹੈ। ਤੇ ਜੇ ਪਰਮਾਤਮਾ ਨੇ ਮੈਲਾ ਤੇ ਪੁਰਾਣਾ ਨਹੀਂ ਹੋਣਾ ਤਾਂ ਉਹਦਾ ਨਾਮ ਵੀ ਕਦੇ ਨਾ ਮੈਲਾ ਤੇ ਨਾ ਪੁਰਾਣਾ ਹੋਵੇਗਾ। ਸੱਚ ਪੁਰਾਣਾ ਨਾ ਥੀਆ, ਨਾਮ ਨਾ ਪਹਿਲਾ ਹੋਵੇ। ਉਹ ਕਦੇ ਪੁਰਾਣਾ ਨਹੀਂ ਹੋਏਗਾ ਤੇ ਉਹਦਾ ਨਾਮ ਵੀ ਕਦੇ ਮੈਲਾ ਨਹੀਂ ਹੋਏਗਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੁਸੀਂ ਵਰਨ ਚਿਹਨ ਰੂਪ ਰੰਗ ਤੋਂ ਤੁਹਾਡਾ ਕੋਈ ਨਹੀਂ, ਤੁਹਾਡੇ ਮੁਖ ਤੇ ਦਾੜੀ ਕੋਈ ਨਹੀਂ, ਤੁਹਾਡਾ ਕੋਈ ਮਾਸ ਤੋਂ ਬਣਿਆ ਸਰੀਰ ਦਾ ਆਕਾਰ ਕੋਈ ਨਹੀਂ, ਪਰ ਫਿਰ ਵੀ ਤੁਸੀਂ ਆਪ ਹੀ ਸਾਰੀ ਖਲਕਤ ਕਾਇਨਾਤ ਨੂੰ ਸਾਜ ਕੇ, ਨਵਾਜ ਕੇ, ਬਣਾ ਕੇ, ਉਹਨਾਂ ਦਾ ਬੰਨਣ ਬੰਨ ਕੇ, ਕੁਦਰਤ ਨੂੰ ਸਾਜ ਨਵਾਜ ਕੇ ਸਾਰਿਆਂ ਦੇ ਵਿੱਚ ਇੱਕ ਸਾਰਤਾ ਨਾਲ ਆਪ ਵਸੇ ਹੋਏ ਹੋ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀਹ ਕਿਆ ਬਖਾਨਾ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਉਸ ਦਰ ਦੇ ਭਗਤ ਨੇ। ਉਹ ਭਗਤ ਜਿਹੜਾ ਪ੍ਰਵਾਨ ਹੋ ਚੁੱਕਿਆ, ਉਹਦੇ ਦਰ ਤੇ ਕਬੂਲ ਹੋ ਚੁੱਕਿਆ। ਪੰਜ ਪ੍ਰਮਾਣ, ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ। ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਭਾ ਗਿਆ, ਮੈਂ ਉਹ ਭਗਤ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਤੇਰੇ ਦਰ ਦੇ ਉਹ ਭਗਤ ਨੇ ਜਿਹੜੇ ਤੇਰੇ ਦਰ ਤੇ ਕਬੂਲ ਹੋ ਚੁੱਕੇ ਆ, ਜਿਹੜੇ ਤੇਰੇ ਦਰ ਤੇ ਪ੍ਰਵਾਨ ਹੋ ਚੁੱਕੇ ਆ, ਜਿਨ੍ਹਾਂ ਨੂੰ ਤੂੰ ਪ੍ਰਵਾਨ ਕਰ ਲਿਆ ਹੈ। ਤੁਲ ਬ੍ਰਹਮ ਸੰਸਰ, ਤੇ ਆਪ ਜੀ ਦੇ ਤੁਲ ਪਰਮਾਤਮਾ ਦੇ ਬ੍ਰਹਮ ਦੇ ਸੰਸਰ ਬਰਾਬਰ। ਧੰਨ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਸ ਬ੍ਰਹਮ ਦੇ ਸਮਾਨ ਨੇ। ਗੁਰੂ ਨਾਨਕ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਇੱਕ ਜੀ ਕਿਆ ਬਖਾਨਾ ਹੈ। ਮੈਂ ਇੱਕ ਜੀਵਾ ਦੇ ਨਾਲ, ਇੱਕ ਰਸਨਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਉਹ ਐਡਾ ਬਖਸ਼ੰਦ ਹੈ ਕਿ ਉਹਦੇ ਬਖਸ਼ੰਦ ਦੇ ਗੁਣ ਨੂੰ ਬਿਆਨ ਕਰਾਂ। ਉਹ ਇੰਨਾ ਕਿਰਪਾਲੂ ਹੈ ਕਿ ਉਹਦੇ ਕਿਰਪਾ ਦੇ ਗੁਣ ਨੂੰ ਬਿਆਨ ਕਰਾਂ। ਉਹ ਇੰਨਾ ਦਿਆਲੂ ਹੈ ਕਿ ਉਹਦੇ ਦਿਆਲੂ ਦੇ ਗੁਣ ਨੂੰ ਮੈਂ ਗਾਇਨ ਕਰਾਂ। ਇੰਨੇ ਗੁਣ ਨੇ ਸਤਿਗੁਰੂ ਪਾਤਸ਼ਾਹ ਦੇ ਵਿੱਚ। ਅਕਾਲ ਪੁਰਖ ਦੇ ਪਤਿਤ ਪਾਵਨ ਵੀ ਹੈ, ਸਤ ਬਖਸ਼ੰਦ ਹੈ। ਉਹਦਾ ਬਿਰਦ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹਦਾ ਸੁਭਾਅ ਇਹੋ ਜਿਹਾ ਨਾ ਨਿਮਰਤਾ ਭਰਿਆ ਹੈ ਤੇ ਪਰਮਾਤਮਾ ਕਿਸੇ ਨੂੰ ਕੌੜਾ ਨਹੀਂ ਬੋਲਦਾ। ਇਹ ਵੀ ਉਹਦੇ ਗੁਣਾਂ ਵਿੱਚ ਇੱਕ ਗੁਣ ਹੈ। ਜਿਹਨੂੰ ਕੌੜਾ ਬੋਲਣਾ ਨਹੀਂ ਆਉਂਦਾ ਉਹ ਪਾਪੀਆਂ ਨੂੰ ਵੀ ਭਲਾ ਤੇ ਪਿਆਰ ਨਾਲ ਤੇ ਮਿੱਠ ਬੋਲਣਾ ਬੋਲਦਾ ਹੈ। ਆਪਣੇ ਭਗਤਾਂ ਨਾਲ ਵੀ ਬੜੇ ਪਿਆਰ ਤੇ ਮਿੱਠੇ ਪਿਆਰੇ ਬਚਨ ਬੋਲਦਾ ਹੈ। ਉਹ ਸਾਰਿਆਂ ਨੂੰ ਏਕਤਾ ਦੀ ਲੜੀ ਵਿੱਚ ਪਰੋ ਕੇ, ਇੱਕੋ ਜਿਹੀ ਨਜ਼ਰ ਨਾਲ ਵੇਖ ਕੇ ਤੇ ਇੱਕੋ ਜਿਹੇ ਪਿਆਰ ਦੀ ਬੋਲੀ ਨਾਲ ਬੁਲਾਉਂਦਾ ਹੈ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਰੱਖਦਾ, ਕਿਉਂਕਿ ਸਾਰੇ ਉਸ ਪਰਮਾਤਮਾ ਦੇ ਸਾਜੇ ਹੋਏ ਨੇ। ਤੇ ਲੋਕ ਇੱਥੇ ਕਰਮਾਂ ਸੰਜਣਾ ਖੇਤ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਤੇ ਇੱਥੇ ਲੇਖੇ ਜੋਗੇ ਭੋਗ ਰਹੇ ਨੇ। ਪਰਮਾਤਮਾ ਕਹਿੰਦੇ ਮੈਂ ਕਿਸੇ ਨੂੰ ਕੋਈ ਨਜਾਇਜ਼, ਮੈਂ ਕਿਸੇ ਨਾਲ ਕੋਈ ਨਜਾਇਜ਼ ਨਹੀਂ ਕਰ ਰਿਹਾ। ਜੋ ਕੁਝ ਹੋ ਰਿਹਾ ਇਹ ਕਰਮਾਂ ਦੇ ਹਿਸਾਬ ਨਾਲ ਹੋ ਰਿਹਾ। ਇਹ ਕਰਮਾਂ ਦੇ ਹਿਸਾਬ ਨਾਲ ਸਭ ਕੁਝ ਚੱਲ ਰਿਹਾ ਹੈ ਤੇ ਕਰਮਾਂ ਤੇ ਹੀ ਗੁਰਮਤਿ ਨੇ ਜ਼ੋਰ ਦਿੱਤਾ। ਬੜੇ ਪੈਗੰਬਰ ਨੇ, ਈਸਾ ਮਸੀਹ ਜੀ ਨੇ ਕਿਹਾ ਕਿ ਜਿਹੋ ਜੇ ਮਰਜ਼ੀ ਕਰਮ ਕਰੋ, ਅੰਤ ਵੇਲੇ ਤੁਹਾਡੀ ਜਗ੍ਹਾ ਆਪਣੇ ਪੈਰੋਕਾਰਾਂ ਨੂੰ ਕਿਹਾ ਉਹਨਾਂ ਨੇ, ਜਿਹੋ ਜੇ ਮਰਜ਼ੀ ਕਰਮ ਕਰੋ, ਅੰਤ ਵੇਲੇ ਤੁਹਾਡੀ ਜਗ੍ਹਾ ਸੂਲੀ ਮੈਂ ਚੜਾਂਗਾ। ਇਸਲਾਮ ਦੇ ਵਿੱਚ ਮੁਰਦੇ ਨੂੰ ਦਫਨਾਇਆ ਜਾਂਦਾ ਹੈ। ਉਹਨਾਂ ਦੀ ਇੱਕ ਇਹ ਸੋਚ ਹੈ, ਇੱਕ ਆਸ ਤੇ ਉਮੀਦ ਹੈ ਉਹਨਾਂ ਨੂੰ ਕਿ ਰੋਜ਼ੇ ਕਿਆਮਤ ਦਾ ਦਿਨ ਆਏਗਾ, ਹਜ਼ਰਤ ਮੁਹੰਮਦ ਸਾਹਿਬ ਆਉਣਗੇ, ਸਾਰੇ ਮੁਰਦਿਆਂ ਨੂੰ ਕਬਰਾਂ 'ਚ ਉਠਾਇਆ ਜਾਏਗਾ, ਸਾਰਿਆਂ ਦੇ ਕਰਮਾਂ ਦਾ ਲੇਖਾ ਜੋਖਾ ਹੋਏਗਾ। ਜਿਹਦੇ ਕਰਮ ਚੰਗੇ ਹੋਣਗੇ ਉਹਨਾਂ ਨੂੰ ਸਵਰਗ 'ਚ ਭਿਸਤ 'ਚ ਭੇਜਿਆ ਜਾਏਗਾ ਤੇ ਜਿਨ੍ਹਾਂ ਦੇ ਕਰਮ ਮਾੜੇ ਹੋਣਗੇ ਉਹਨਾਂ ਨੂੰ ਦੋਜ਼ਖ 'ਚ ਭੇਜਿਆ ਜਾਏਗਾ। ਉਹਨਾਂ ਦੀ ਹਲੇ ਵੀ ਇਹ ਆਸ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸਰੀਰ ਨਾਲ ਤਾਂ ਕੋਈ ਲੇਖਾ ਜੋਖਾ ਨਹੀਂ ਨਾ ਹੋਣਾ। ਉਹ ਤਾਂ ਅੰਤ ਨਵੇਰਾ ਤੇਰੇ ਜੀਵ ਪਹਿਲੀ ਜਦ ਤੇਰੀ ਜੀਵ ਆਤਮਾ ਤੇਰੀ ਜਿੰਦ ਨਾਲ ਲੇਖਾ ਜੋਖਾ ਹੋਏਗਾ। ਸਰੀਰ ਤਾਂ ਮਿੱਟੀ ਦਾ ਢੇਰ ਹੈ, ਰੱਖਣਾ ਰੱਖੀ ਰੱਖ। ਜੇ
ਜਿਵੇਂ ਅੱਜ ਵੀ ਦੇਹਧਾਰੀ ਕੋਈ ਕਿਸੇ ਨੂੰ ਫ੍ਰਿਜ 'ਚ ਲਾ ਕੇ ਬੈਠਾ, ਅੱਜ ਵੀ ਉਮੀਦ ਲਾ ਕੇ ਬੈਠਾ ਵੀ ਇਹ ਸਮਾਧੀ ਚੋਂ ਬਾਹਰ ਆਏਗਾ। ਸ਼ਰੀਰਾਂ ਦੀ ਜਦੋਂ ਇਹ ਜੋਤ ਦੀ ਤੰਦ ਟੁੱਟ ਜਾਏ ਫਿਰ ਨਹੀਂ ਕੱਢੀ ਜਾਂਦੀ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਰਵਾਬ ਦੀਆਂ ਤੰਦਾਂ ਢਿੱਲੀਆਂ ਹੋਈਆਂ ਤੂੰ ਕਸੀਆਂ ਤੇ ਕਦੇ ਮੈਂ ਕਸੀਆਂ, ਰਵਾਬ ਦੀਆਂ ਤੰਦਾਂ ਟੁੱਟੀਆਂ ਕਦੇ ਤੂੰ ਗੰਢ ਲਈਆਂ ਕਦੇ ਮੈਂ ਗੰਢ ਲਈਆਂ। ਅੱਜ ਜਿਹੜੀ ਜ਼ਿੰਦਗੀ ਦੀ ਤੰਦ ਤੋੜ ਚੱਲਿਆ ਨਾ ਤੇਰੇ ਤੋਂ ਗੱਡੀ ਜਾਣੀਆਂ ਨਾ ਮੇਰੇ ਤੋਂ ਗੱਡੀ, ਬਲਕਿ ਇਹ ਸੱਦਾ ਤਾਂ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਇਹ ਜਿਹੜੇ ਸੱਦੇ ਵੱਧ ਰਿਹਾ ਮੇਰੇ ਘਰ ਵੀ ਸੱਦਾ ਆ ਗਿਆ। ਕਿਸੇ ਨੇ ਨਹੀਂ ਰਹਿਣਾ, ਸਭ ਨੇ ਚਲੇ ਜਾਣਾ ਹੈ। तो सतगुरु सच्चे पातशाह कहते उस अकाल पुरख वाहिगुरु परमात्मा दे एक रसना नाल एक जीव नाल केड़े केड़े गुणां दा विख्यान करा जी। आके बाल 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 साध बलिया, बस उस परिपूर्ण परमात्मा परमेश्वर तो जेड़ा सर्व जगह हर एक रस होके व्यापक है, वरत रहा है, लवा लव भरपूर है, भरिया हुआ है, कुदरत विच वसिया हुआ है, सारी खलकत कायनात नूं बना के विच आप वस चुकिया है। उस परमात्मा तो बल बल मैं कुर्बान जाना, सब बलिहार सदा ही कुर्बान जाना है, सदा ही बलिहार अपना बल हार के अपना आप उहदे तो कुर्बान करता हाँ, अपना आप उहदे चरणां दे विच भेटा करता हाँ। इहो जिहे परमात्मा दे धन गुरु अर्जन देव साहब सच्चे पातशाह ने अज परमात्मा की वडियाई महिमा गायन करते हुए कि वो परमात्मा कितना बेअंत है, सारे खंड ब्रह्मांड सारी धरती खलकत कायनात सब कुछ उसे ने साजी है, उहदे गुणां दा अंत नहीं पाया जा सकता। सारे जीव जंतु उहदे ने, वो सारियां दा दाता एक है, लखिया नहीं जा सकता। ते कुदरत विच वो वसिया, उहदा रूप रंग आकार कोई नहीं, उहदा मुख कोई नहीं। ते इहो जे परमात्मा दे दर ते धन गुरु नानक साहब कुर्बान हो चुके हैं, ब्रह्म स्वरूप ब्रह्म दा रूप हो चुके ने गुरु नानक साहब। ते इस दाते दियां ना गुरु नानक साहब दियां वडियाइयां एक रसना नाल हो सकदियां, ना परमात्मा दियां हो सकदियां। बस उहदे गुणां नूं गा के असीं बाहर ने मलिहार ने जा सकदे हां। सतगुरु किरपा कर सानू कुदरत विचों परमात्मा दिसे, सारियां विचों परमात्मा दिसे, असीं भी उस परमात्मा दी जोत नूं पहचान सकीए, अपने आप नूं पहचान सकीए। पहलां अपने आप नूं पहचानना होएगा, फिर तुहानूं दूसरियां विचों करता पुरख नजर आएगा। ये सेवा ते सिमरन दो रस्ते ने। सेवा नाल तन सफला है, सिमरन नाल मन दी मैल कट्टी जाती है। ध्यान लाउणा शुरू करो, बाणी पढ़नी शुरू करो, जिन्नी पढ़दे हो मुबारक, ओनूं होर वध तों वध पढ़ो। सिमरन जिन्ना करदे हो मुबारक, ओनूं होर वधाओ। गुरु चरणों नाल हर वेले जुड़ के रहो, तां ही कह सकांगे गुरु मेरा संग सदा कहना। ओनूं याद रखना ही उहदा संग है। याद रखो कि तुहाडे नाल है, दुकाल पुरनासी दयाल स्वरूपे सदा हंग संगे अभंगक बकुते। इन्नियां बेनतियां प्रवान करियो। सतगुरु कृपा बख्शिश करन, गुरमत दे बचन हिरदे च वसायो, मेरियां भुल्लां ना चटारियो, जिस करके ये लोग सुखीए परलोक सहेले नानक हर प्रभ आपे मेले दे भागी बन सकीए। धन श्री गुरु ग्रंथ साहिब महाराज जी दा, सिंह शहीद बाबा जी दा कोटान कोट धन्नवाद शुक्र है, जिन्हों ने सिर ते मेल भरिया हाथ रख के आपां सारियां नूं अपनी गोदी विच बैठ के मिठे प्यारे बचन साडी झोली विच पाए ने, सानू जीवन सेहत बख्शिश की है। गरीब नवाज सतगुरां दा रोम रोम करके शुक्र देहो सज्जन असीसड़ियां जो होवे। साहिब सो मेल भुल्लां चुकां दी खिमा। आओ जी आखिरी पंक्तियां दा पाठ सरवण करके समाप्ति करिए जी। जन नानक भगत दार तुल ब्रह्म संसार, एक जी क्या बखाना आके बाल 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 साध बलिया। वाहिगुरु जी का खालसा, वाहिगुरु जी की फतेह। आनंद साहिब रामकली मोहल्ला तीजा। आनंद एक ओंकार सतगुरु प्रसाद। आनंद भया मेरी माए, सतगुरु मैं पाया। तो पाया सहज सेती, मन वजिया वादाइया। राग रतन परवार परियां, शब्द गावण आईयां। दूतों गावू हरि कीरा, मन जिनी वसाया। कह नानक आनंद हुआ, सतगुरु मैं पाया। हे मन मेरिया तू सवार हो रनाले। नाल रहो तो मन मेरे, दुख सब विसारना। कारो करे तेरा, कार्य सब सवारना। सबना गला समरथ सुआमी, सो क्यों मन हो विसारे।